ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਢੇਰ ਸਾਰੀ ਜਾਣਕਾਰੀ ਉਹਨਾਂ ਸਾਰੇ ਸਟੂਡੈਂਟਸ ਲਈ ਜੋ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਨੇ, ਲੇਕਿਨ ਅੱਜ ਕੱਲ੍ਹ ਕੁਝ ਨਵੀਆਂ ਗਾਈਡਲਾਈਨਸ ਆ ਜਾਂਦੀਆਂ ਨੇ। ਕਦੀ ਕਰੋਨਾ ਕਰਕੇ, ਕਦੀ ਕੋਈ ਵਾਰ ਥੋੜੀ ਰੁਕਾਵਟ ਆ ਜਾਂਦੀ ਹੈ, ਉਸ ਕਰਕੇ ਸਟੂਡੈਂਟਸ ਜੋ ਹੈ ਜ਼ਿਆਦਾ ਕਨਫਿਊਜ਼ ਹੋ ਜਾਂਦੇ ਨੇ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਦੁਵਿਧਾ ਵਿੱਚ ਨਾ ਰਹੋ। ਇਸੇ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤੇ ਅੱਜ ਵੀ ਹਾਜ਼ਰ ਹਾਂ ਜੀ। ਅੱਜ ਆਪਾਂ ਗੱਲ ਕਰਾਂਗੇ, ਸਟਾਰਟਿੰਗ ਕਰਾਂਗੇ ਸ਼ੋਅ ਦੀ ਕੈਨੇਡਾ ਦੇ ਨਾਲ। ਜੀ ਹਾਂ, ਕਿਉਂਕਿ ज़्यादा तो ज़्यादा ਜਿਹੜੇ ਪੰਜਾਬੀ ਸਟੂਡੈਂਟਸ ਹੁੰਦੇ ਨੇ ਖਾਸ ਤੌਰ ਤੇ ਕੈਨੇਡਾ ਜਾਣ ਦੇ ਬਹੁਤ ਚਾਹਵਾਨ ਹੁੰਦੇ ਨੇ ਤੇ ਐਟ ਪ੍ਰੈਜ਼ੈਂਟ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈਗਾ, ਤੁਸੀਂ ਕੈਨੇਡਾ ਜਾਣ ਲਈ ਅਪਲਾਈ ਕਰਨਾ ਚਾਹੁੰਦੇ ਹੋ, ਇਸ ਦੇ ਉੱਪਰ ਆਪਾਂ ਚਰਚਾ ਦੇ ਨਾਲ ਸ਼ੁਰੂ ਕਰਾਂਗੇ। ਤੇ ਅੱਜ ਦੀ ਚਰਚਾ ਲਈ, ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਜੀ EIFS ਇਮੀਗ੍ਰੇਸ਼ਨਸ ਤੋਂ ਵੀਜ਼ਾ ਐਕਸਪਰਟ ਲਵਿਸ਼ ਮਹਾਜਨ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ। ਜਿਵੇਂ ਕਿ ਮੈਂ ਪ੍ਰੋਗਰਾਮ ਦੇ ਸਟਾਰਟਿੰਗ ਵਿੱਚ ਹੀ ਗੱਲ ਕਰ ਰਹੀ ਹਾਂ ਕਿ ਆਪਾਂ ਅੱਜ ਕੈਨੇਡਾ ਬਾਰੇ ਗੱਲ ਕਰੀਏ, ਕਿਉਂਕਿ ਬਹੁਤ ਸਾਰੀ ਕੁਐਰੀਜ਼ ਸਾਡੇ ਕੋਲ ਆਉਂਦੀਆਂ। ਜਿਸ ਤਰ੍ਹਾਂ ਦੇ ਸਵਾਲ ਆਉਂਦੇ ਰਹਿੰਦੇ ਨੇ ਉਸੇ ਤਰੀਕੇ ਨਾਲ ਅਸੀਂ ਆਪਣੇ ਸ਼ੋਅ ਦੇ ਵਿੱਚੋਂ ਸਵਾਲ ਜ਼ਰੂਰ ਲੈ ਕੇ ਆਉਂਦੇ ਹਾਂ ਤਾਂ ਕਿ ਸਾਰੇ ਸਵਾਲ ਕਲੀਅਰ ਹੋ ਸਕਣ ਸਾਡੇ ਦਰਸ਼ਕਾਂ ਦੇ। ਅੱਜ ਦੇ ਟਾਈਮ ਵਿੱਚ ਅਗਰ ਸਟੂਡੈਂਟਸ ਕੈਨੇਡਾ ਜਾਣ ਲਈ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਕਿਸ ਤਰ੍ਹਾਂ ਦਾ ਅਸੀਂ ਮਾਹੌਲ ਸਮਝ ਸਕਦੇ ਹਾਂ, ਕਿਸ ਤਰ੍ਹਾਂ ਦਾ ਸਿਨੈਰੀਓ ਚੱਲ ਰਿਹਾ, ਅੰਬੈਸੀ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਚੱਲ ਰਿਹਾ, ਕਿ ਹੁਣ ਵੀਜ਼ਾ ਲਗਵਾਉਣ ਤਾਂ ਕਦੋਂ ਲੱਗ ਸਕਦਾ ਹੈ, ਕਿਹੜੇ ਇਨਟੇਕ ਲਈ ਅਪਲਾਈ ਕਰ ਸਕਦੇ ਨੇ? ਜੀ ਮੈਮ, ਬਿਲਕੁਲ ਪਹਿਲਾਂ ਸਭ ਤੋਂ ਆਪਾਂ ਇਸ ਟਾਈਮ ਮਾਹੌਲ ਦੀ ਜੇਕਰ ਗੱਲ ਕਰੀਏ ਅੰਬੈਸੀ ਵੱਲੋਂ ਦੀ, ਇਹਦੇ ਵਿੱਚ ਆਪਾਂ ਮੇਜਰ ਇੱਕ ਲੈਣਾ ਕਿ ਬੱਚਿਆਂ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਸੀਗੀ, ਉਹ ਸੀਗੀ ਕਿਊਬਿਕ ਨੂੰ ਲੈ ਕੇ ਕਿ ਕਿਊਬਿਕ ਦੀ ਫਾਈਲ ਪ੍ਰੋਸੈਸਿੰਗ ਸਾਰੀ ਦੀ ਸਾਰੀ ਰੁਕੀ ਹੋਈ ਸੀਗੀ। ਲੇਕਿਨ ਹੁਣ 3 ਜੂਨ ਤੋਂ ਅੰਬੈਸੀ ਵੱਲੋਂ ਲੈਟਰ ਆਉਣਾ ਸ਼ੁਰੂ ਹੋ ਗਿਆ ਕਿ ਆਪਣੇ ਅਪਡੇਟਡ SOP ਫਾਈਨੈਂਸ਼ੀਅਲਸ ਐਂਡ ਆਫਰ ਲੈਟਰ ਵਗੈਰਾ ਸਬਮਿਟ ਕਰਵਾਇਆ ਜਾਣ ਤਾਂ ਕਿ ਤੁਹਾਡੀ ਫਾਈਲ ਦਾ ਜੋ ਹੈ ਡਿਸੀਜਨ ਦਿੱਤਾ ਜਾਵੇ। ਤੇ ਇਸ ਟਾਈਮ ਹਾਈ ਕਮਿਸ਼ਨ ਨੇ ਆਪਣੀ ਪ੍ਰੋਪਰਲੀ ਵਰਕਿੰਗ ਸ਼ੁਰੂ ਕਰ ਦਿੱਤੀ ਹੈ। ਕਾਫੀ ਬੱਚੇ ਅਜੇ ਇਸ ਦੁਵਿਧਾ ਵਿੱਚ ਹੈਗੇ ਆ ਕਿ ਜਹਾਜ਼ ਨਹੀਂ ਉੱਡ ਰਹੇ ਜਾਂ ਬਾਇਓਮੈਟ੍ਰਿਕ ਨਹੀਂ ਹੋ ਰਹੇ। ਤਾਂ ਗੁੱਡ ਨਿਊਜ਼ ਇਹ ਵੀ ਹੈਗੀ ਕਿ ਬਾਇਓਮੈਟ੍ਰਿਕ ਵੀ ਹੁਣ ਹੋਣਾ ਸ਼ੁਰੂ ਹੋ ਜਾਣੇ ਆ। ਨੀਅਰ ਅਬਾਊਟ 22 ਆਫ ਜੂਨ ਸਾਰੀ ਫਾਈਲ ਪ੍ਰੋਸੈਸਿੰਗ ਆਪਣੇ ਨੋਰਮਲ ਸਪੀਡ ਪਹਿਲਾਂ ਵਾਲੀ ਨਹੀਂ ਰਹੇਗੀ, ਲੇਕਿਨ ਫਾਈਲ ਪ੍ਰੋਸੈਸਿੰਗ ਹੋਏਗੀ। ਔਰ ਜੋ ਹਾਈ ਕਮਿਸ਼ਨ ਨੇ ਆਪਣਾ ਨੂੰ ਗੱਲ ਕਹੀ ਸੀ ਕਿ 6 ਅਗਸਤ ਤੋਂ ਪਹਿਲਾਂ ਉਹਨਾਂ ਨੇ ਸਾਰੇ ਰਿਜ਼ਲਟ ਦੇਣੇ ਆ, ਜੋ 15 ਮਈ ਤੋਂ ਪਹਿਲਾਂ ਫਾਈਲਾਂ ਸਬਮਿਟ ਹੋਈਆਂ। ਤਾਂ ਹੋਪਸ ਸਾਰਿਆਂ ਦੇ ਰਿਜ਼ਲਟ ਆਉਣਗੇ। ਤੇ ਜੇਕਰ ਬੱਚਾ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦਾ ਹੈ ਔਰ ਇਨਟੇਕ ਦੀ ਗੱਲ ਕਰੀਏ ਕਿ ਮੈਂ ਕਦੋਂ ਅਪਲਾਈ ਕਰਾਂ, ਕਿਹੜੇ ਇਨਟੇਕ ਦੇ ਵਾਸਤੇ ਅਪਲਾਈ ਕਰਾਂ, EIFS ਕੋਲ ਸਪੈਸ਼ਲੀ ਅਜੇ ਵੀ ਜੋ ਕਿ ਅਦਰ ਏਜੰਟਸ ਕੋਲ ਨਹੀਂ ਹੋਏਗਾ। ਸਾਡੇ ਕੋਲ ਸੈਂਟ ਕਲੇਅਰ ਲਾਇਲਿਸਟ ਹੋ ਗਿਆ, ਜੋਰਜ ਬਰਾਊਨ ਕਾਲਜ ਹੋ ਗਿਆ, ਕੈਨੇਡਾ ਹੋ ਗਿਆ, ਇਹਨਾਂ ਦੇ ਵਿੱਚ ਅਜੇ ਵੀ ਸਪਟੈਂਬਰ ਇਨਟੇਕ ਦੇ ਵਾਸਤੇ ਸੀਟਸ ਅਵੇਲੇਬਲ ਹੈਗੀਆਂ। ਸ਼ਰਤਾਂ ਦੋ ਹੀ ਹੈਗੀਆਂ, ਇੱਕ ਤਾਂ ਬੱਚੇ ਦੀ ਪ੍ਰੋਫਾਈਲ ਐਲੀਜੀਬਲ ਹੋਣੀ ਚਾਹੀਦੀ ਇਸ ਪਰਟੀਕੂਲਰ ਤੁਸੀਂ ਕੋਰਸ ਤੋਂ ਜਾਂ ਇਹਨਾਂ ਵਿੱਚੋਂ ਕਿਸੇ ਕਾਲਜ ਦੇ ਵਿੱਚ ਜਾਣਾ। ਸੈਕਿੰਡ, ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਸਾਡੇ ਵੱਲੋਂ ਅਪਲਾਈ ਕਰਦੇ ਹੋ ਤੁਹਾਨੂੰ ਕੰਡੀਸ਼ਨਲ ਲੈਟਰ ਵਿਦਿਨ 3 ਔਰ 4 ਡੇਜ਼ ਇਸ਼ੂ ਹੋ ਜਾਏਗਾ। ਤੁਹਾਨੂੰ ਨਾਲੋਂ ਨਾਲ ਹੀ ਫੀ ਟ੍ਰਾਂਸਫਰ ਕਰਕੇ LOA ਲੈ ਕੇ ਫਾਈਲ ਅੰਬੈਸੀ 'ਚ ਲਗਾਉਣੀ ਪੈਣੀ ਹੈ, ਬਿਕੋਜ਼ ਸਾਨੂੰ ਵੀ ਹਾਈ ਕਮਿਸ਼ਨ ਨੂੰ ਟਾਈਮ ਦੇਣਾ ਪੈਂਦਾ ਫਾਈਲ ਪ੍ਰੋਸੈਸਿੰਗ ਦੇ ਵਾਸਤੇ। ਨੈਕਸਟ ਅਪਕਮਿੰਗ ਇਨਟੇਕਸ ਦੀ ਗੱਲ ਕਰੀਏ, ਬੱਚੇ ਜਨਵਰੀ ਦੇ ਵਾਸਤੇ ਸੋਚ ਰਹੇ ਆ ਕਿ ਆਪਾਂ ਜਨਵਰੀ ਦੇ ਵਿੱਚ ਅਪਲਾਈ ਕਰੀਏ ਹੁਣ, ਔਰ ਕਿਤੇ ਨਾ ਕਿਤੇ ਉਹ ਵੇਟ ਵੀ ਕਰ ਰਿਹਾ ਕਿ ਪਹਿਲਾਂ ਆਪਾਂ ਸਪਟੈਂਬਰ ਇਨਟੇਕ ਦਾ ਰਿਜ਼ਲਟ ਦੇਖ ਲੈਣਾ ਫਿਰ ਆਪਾਂ ਜਨਵਰੀ ਦੇ ਵਿੱਚ ਸੋਚਾਂਗੇ। ਇਹ ਥੋੜ੍ਹੀ ਜਿਹੀ ਬੱਚੇ ਗਲਤੀ ਕਰ ਰਹੇ ਆ। ਜੇਕਰ ਤੁਸੀਂ ਸਾਡੇ ਰਾਹੀਂ ਅਪਲਾਈ ਕਰਦੇ ਹੋ, ਵੀ ਡੂ ਹੈਵ ਸਾਡੇ ਕੋਲ ਹੈਗੇ ਆ ਕਾਲਜ ਐਂਡ ਯੂਨੀਵਰਸਿਟੀਜ਼ ਜੋ ਕਿ ਤੁਹਾਨੂੰ ਸਪਟੈਂਬਰ ਤੋਂ ਬਾਅਦ ਅਕਤੂਬਰ ਜਾਂ ਨਵੰਬਰ ਦੇ ਇਨਟੇਕਸ ਦੇ ਵਿੱਚ ਵੀ ਤੁਸੀਂ ਕੈਨੇਡਾ ਦੇ ਵਾਸਤੇ ਅਪਲਾਈ ਕਰ ਸਕਦੇ ਹੋ, ਵੀਜ਼ਾ ਲੈ ਸਕਦੇ ਹੋ, ਜਾ ਕੇ ਉੱਧਰ ਪੜ੍ਹ ਸਕਦੇ ਹੋ। ਔਰ ਇੱਦਾਂ ਦਾ ਨਹੀਂ ਹੈਗਾ ਕਿ ਜਿਵੇਂ ਸਾਰੀ ਗੱਲ ਕਰਦੇ ਆ ਕਿ ਤੁਹਾਨੂੰ ਇਸ ਸ਼ਰਤ 'ਤੇ ਸਿਰਫ ਉਹ ਕਾਲਜ ਮਿਲ ਜੂਗਾ ਜਿੱਥੇ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਮਿਲੂਗਾ ਜਾਂ ਜਿਸ ਕਾਲਜ ਦੀ ਵੈਲਿਊ ਨਹੀਂ ਹੋਏਗੀ। ਨਹੀਂ, ਜੋ ਮੈਂ ਤੁਹਾਨੂੰ ਜਾਂ EIFS ਦੀ ਟੀਮ ਤੁਹਾਨੂੰ ਕਾਲਜ ਜਾਂ ਕੋਰਸ ਆਫਰ ਕਰੇਗੀ, ਯਸ 2 ਸਾਲ ਦੇ ਹੋਣਗੇ, 1.5 ਸਾਲ ਦੇ ਹੋਣਗੇ। ਜੇਕਰ 2 ਸਾਲ ਦਾ ਤੁਹਾਨੂੰ ਕੋਰਸ ਮਿਲਦਾ ਹੈ ਜੋ ਕਿ ਆਪਾਂ ਪ੍ਰੈਫਰ ਕਰਨੇ ਆ ਹਰ ਬੱਚੇ ਨੂੰ, ਤਾਂ ਤੁਹਾਨੂੰ 3 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲੇਗਾ। ਜੀ ਬਿਲਕੁਲ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿੰਨੀ ਵੀ ਅਸੀਂ ਜਾਣਕਾਰੀ ਇਸ ਪ੍ਰੋਗਰਾਮ ਵਿੱਚ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸਨੂੰ, ਇਸ ਸਾਰੇ ਸ਼ੋਅ ਨੂੰ ਸਿਰਫ ਇੱਥੇ ਨਹੀਂ ਪੂਰਾ ਅਖੀਰ ਤੱਕ ਸਾਰੇ ਸ਼ੋਅ ਨੂੰ ਜ਼ਰੂਰ ਧਿਆਨ ਦੇ ਨਾਲ ਸੁਣੋ। ਲੇਕਿਨ ਕਿਤੇ ਵੀ ਅਗਰ ਤੁਹਾਡਾ ਆਪਣਾ ਵੀ ਕੋਈ ਸਵਾਲ ਹੈ ਤਾਂ ਸਕਰੀਨ ਤੇ ਲਗਾਤਾਰ ਜੋ ਹੈ ਨੰਬਰ ਵੀ ਡਿਸਪਲੇ ਹੋ ਰਿਹਾ EIFS ਇਮੀਗ੍ਰੇਸ਼ਨਸ ਦਾ, ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰਕੇ ਵੀ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ। ਇਹਨਾਂ ਦੇ ਜਿੰਨੇ ਵੀ ਕਾਉਂਸਲਰਸ ਨੇ ਉਹ ਹਮੇਸ਼ਾ ਤੁਹਾਡੀ ਕਾਲ ਦੀ ਵੇਟ ਵਿੱਚ ਨੇ, ਤੁਸੀਂ ਕਾਲ ਕਰੋ, ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇਗੀ। ਤੇ ਇਹਨਾਂ ਦੀ ਕੰਪਨੀ ਦਾ ਮੇਨ ਮਕਸਦ ਵੀ ਇਹੀ ਹੈ ਕਿ ਜੋ ਸਟੂਡੈਂਟਸ ਨੇ ਉਹ ਸਹੀ ਤਰੀਕੇ ਨਾਲ ਜੈਨੂਇਨ ਵੇ ਦੇ ਨਾਲ ਆਪਣੇ ਸੁਪਨਿਆਂ ਦੀ ਮੰਜ਼ਿਲ ਤੇ ਪਹੁੰਚ ਸਕਣ ਤੇ ਕਿਤੇ ਵੀ ਜੋ ਹੈ ਉਹਨਾਂ ਦਾ ਟਾਈਮ ਜਾਂ ਫਿਰ ਉਹਨਾਂ ਦੇ ਜੋ ਪੇਰੈਂਟਸ ਦੀ ਬੜੀ ਹੀ ਮਿਹਨਤ ਨਾਲ ਕਮਾਈ ਹੁੰਦੀ ਹੈ ਉਸ ਨੂੰ ਕਿਤੇ ਵੀ ਵੇਸਟ ਨਾ ਕਰਨ ਸਟੂਡੈਂਟਸ। ਇਸ ਗੱਲ ਦਾ ਜੋ ਹੈ ਖਾਸ ਧਿਆਨ ਰੱਖਿਆ ਜਾਂਦਾ। ਤੇ ਆਪਾਂ ਹੁਣ ਜਿਵੇਂ ਕੈਨੇਡਾ ਬਾਰੇ ਗੱਲ ਕਰ ਰਹੇ ਹਾਂ ਤਾਂ ਜਿੰਨੇ ਵੀ ਫਰੈਸ਼ ਸਟੂਡੈਂਟਸ ਪਾਸ ਆਊਟ ਹੁੰਦੇ ਨੇ ਤਾਂ ਉਹਨਾਂ ਨੂੰ ਜਿਵੇਂ ਤੁਸੀਂ ਕਿਹਾ ਕਿ ਕਈ ਸਟੂਡੈਂਟਸ ਇਹ ਵੇਟ ਕਰਦੇ ਨੇ ਕਿ ਆਪਾਂ ਪਹਿਲਾਂ ਇਹ ਦੇਖ ਲਈਏ ਉਸ ਤੋਂ ਬਾਅਦ ਅਸੀਂ ਜਨਵਰੀ 'ਚ ਹੈ ਨਾ ਅਪਲਾਈ ਕਰਨ ਬਾਰੇ ਸੋਚਾਂਗੇ। ਤੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਜ਼ਰੂਰ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਅਗਰ ਉਹ ਇਸ ਟਾਈਮ 'ਤੇ ਹੁਣ ਵੇਟ ਕਰਨ ਲਈ ਰੁਕ ਜਾਂਦੇ ਨੇ? ਕਿਉਂਕਿ ਇੱਕ ਤਾਂ ਪਹਿਲਾਂ ਅਸੀਂ ਸਿੰਪਲ ਬਹੁਤ ਜ਼ਾਹਿਰ ਜਿਹੀ ਗੱਲ ਹੈ ਕਿ
ਪਿਛਲੇ ਕਈ ਸਟੂਡੈਂਟਸ ਦੇ ਵੀ ਹਲੇ ਪੈਂਡਿੰਗ ਫਾਈਲਸ ਪਈਆਂ ਨੇ। ਜਿੰਨੇ ਜ਼ਿਆਦਾ ਸਟੂਡੈਂਟਸ ਹੁਣ ਹੋਣਗੇ ਉਹਨਾਂ ਜੋ ਹੈ ਸਟੂਡੈਂਟਸ ਆਪਣਾ ਰਿਸਕੀ ਕਰ ਰਹੇ ਨੇ ਨਾ ਕੰਮ, ਕਿ ਜੋ ਹੈ ਸਟੂਡੈਂਟਸ ਦੀ ਫਾਈਲ ਵੱਧਦੀਆਂ ਜਾ ਰਹੀਆਂ ਹੋਣਗੀਆਂ। ਜੀ ਬਿਲਕੁਲ, ਦੇਖੋ ਜੇਕਰ ਆਪਾਂ ਇਸ ਟਾਈਮ ਗੱਲ ਕਰੀਏ ਤਾਂ ਮੋਰ ਦੈਨ 40 ਲੱਖ ਫਾਈਲ ਹਾਈ ਕਮਿਸ਼ਨ ਦੇ ਵਿੱਚ ਪੈਂਡਿੰਗ ਹੈਗੀਆਂ ਫਰੋਮ ਆਲ ਓਵਰ ਦਾ ਵਰਲਡ। ਆਪਾਂ ਪੰਜਾਬ ਜਾਂ ਇੰਡੀਆ ਦੀ ਗੱਲ ਨਹੀਂ ਕਰ ਰਹੇ, ਫਰੋਮ ਆਲ ਓਵਰ ਦਾ ਵਰਲਡ। ਤੇ ਜੇ ਆਪਾਂ ਇੱਕ ਇਨਟੇਕ ਦੀ ਗੱਲ ਕਰੀਏ, ਵੈਸੇ ਪਰ ਈਅਰ ਜੋ ਨੀਅਰ ਅਬਾਊਟ 5.5 ਲੱਖ ਸਟੂਡੈਂਟ ਕੈਨੇਡਾ ਪੜ੍ਹਨ ਜਾਂਦੇ ਸੀਗੇ। ਤੇ ਜੇ ਆਪਾਂ ਲਾਸਟ ਈਅਰ ਤੋਂ ਲੈਂਦੇ ਹਾਂ, ਲਾਸਟ ਈਅਰ ਮਈ, ਉਸ ਤੋਂ ਬਾਅਦ ਸਪਟੈਂਬਰ, ਜਨਵਰੀ, ਫਿਰ ਹੁਣ ਮਈ ਨਿਕਲ ਗਿਆ, ਤਾਂ ਕੈਨੇਡਾ ਦੇ ਵਿੱਚ ਕਿੰਨੀਆਂ ਕਰ ਸੀਟਸ ਹੋਣਗੀਆਂ। ਨੋ ਡਾਊਟ ਇਮੀਗ੍ਰੇਸ਼ਨ ਮਿਨਿਸਟਰ ਨੇ ਆ ਕੇ ਇਹ ਗੱਲ ਕਿ ਵੀ ਵਿਲ ਡਬਲ ਦਾ ਨੰਬਰ ਆਫ ਸੀਟਸ ਫॉर ਇੰਟਰਨੈਸ਼ਨਲ ਸਟੂਡੈਂਟਸ, ਉਹਨਾਂ ਨੇ ਸੀਟਸ ਵਧਾ ਦੇਣੀਆਂ। ਲੇਕਿਨ ਆਪਾਂ ਇੱਕ ਕੋਰਸ ਲੈਂਦੇ ਹਾਂ ਪਰਸਨਲ ਸਪੋਰਟ ਵਰਕਰ ਦਾ XYZ ਕਿਸੇ ਕਾਲਜ ਦੇ ਵਿੱਚ, ਉਹਦੇ ਕੋਲ 40 ਸੀਟਸ ਹੈਗੀਆਂ। ਮਈ, ਸਪਟੈਂਬਰ, ਜਨਵਰੀ, ਫਿਰ ਮਈ, 4 ਇਨਟੇਕਸ ਨਿਕਲ ਚੁੱਕੇ ਆ, 160 ਸੀਟਾਂ। ਹੁਣ ਇੱਦਾਂ ਤਾਂ ਹੈਗਾ ਨਹੀਂ ਕਿ ਜੋ ਬੱਚਾ ਸੋਚ ਰਿਹਾ ਮੈਂ ਅਗਲੇ ਜਨਵਰੀ ਵਿੱਚ ਅਪਲਾਈ ਕਰਨਾ ਹੈ ਤਾਂ ਸਪੈਸ਼ਲੀ ਉਸ ਦੌਰਾਨ ਦੇ ਵਾਸਤੇ ਉਹ 160 ਤੋਂ 1600 ਸੀਟਾਂ ਕਰ ਦੇਣਗੇ। ਯੈਸ, ਉਹ ਸੀਟਾਂ ਵਧਾ ਸਕਦੇ ਆ, 150 ਤੋਂ 200 ਕਰ ਸਕਦੇ ਆ, 300 ਕਰ ਸਕਦੇ ਆ, ਜ਼ਿਆਦਾ ਤੋਂ ਜ਼ਿਆਦਾ 400 ਸੀਟਸ ਕਰ ਸਕਦੇ ਆ। ਲੇਕਿਨ 160 ਦੀਆਂ 1600 ਸੀਟਾਂ ਵਧਾਉਣਾ ਮਤਲਬ ਬਿਲਕੁਲ ਲੋਟਸ ਆਫ ਉਹਨਾਂ ਨੂੰ ਇਹਦੇ ਵਿੱਚ ਇਨਵੈਸਟਮੈਂਟ ਕਰਨੀ ਪੈਣੀ ਹੈ, ਸਾਰਾ ਇਨਫਰਾਸਟ੍ਰਕਚਰ ਸਟੈਂਡ ਕਰਨਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਤਾਂ ਬੱਚੇ ਜੋ ਅਜੇ ਸੋਚ ਰਹੇ ਕਿ ਆਪਾਂ ਇੱਕ ਇਨਟੇਕ ਦਾ ਰਿਜ਼ਲਟ ਦੇਖ ਲੈਂਦੇ ਹਾਂ, ਖਾਸ ਕਰ ਜੋ ਫਰੈਸ਼ ਪਾਸ ਆਊਟ ਹੋ ਗਿਆ 2020 ਦੇ, ਜਿਨ੍ਹਾਂ ਨੇ ਆਇਲਸ ਕਰ ਲਈ ਸੀ ਜਾਂ ਆਇਲ ਰਿਪੀਟ ਕਰਨ ਦੀ ਸੋਚਦੇ ਸੀਗੇ, ਫਿਰ ਹੁਣ ਸੋਚ ਰਹੇ ਕਿ ਹਾਈ ਕਮਿਸ਼ਨ ਬੰਦ ਹੈਗਾ ਯਾਰ, ਰਿਜ਼ਲਟ ਤੇ ਆ ਨਹੀਂ ਰਹੇ। ਪਿਛਲੇ ਮੇਰੇ ਪੜੋਸੀ ਦਾ ਰਿਜ਼ਲਟ 1 ਸਾਲ ਤੋਂ ਰੁਕਿਆ ਹੋਇਆ, ਤਾਂ ਇੱਕ ਵਾਰ ਉਹਦਾ ਰਿਜ਼ਲਟ ਆ ਜਾਵੇ ਫਿਰ ਮੈਂ ਅਪਲਾਈ ਕਰਾਂਗਾ, ਫਿਰ ਮੈਂ ਹਾਈ ਕਮਿਸ਼ਨ 'ਚ ਫਾਈਲ ਵੀਜ਼ਾ ਦੇ ਵਾਸਤੇ ਲਾਊਂਗਾ। ਬਹੁਤ ਵੱਡੀ ਮਿਸਟੇਕ ਹੈਗੀ ਹੈ, ਬਿਕੋਜ਼ ਤੁਸੀਂ ਇੱਕ ਨੋਰਮਲ ਚੀਜ਼ ਜੇ ਆਪਾਂ ਗੱਲ ਕਰੀਏ, ਜਦੋਂ ਜਿੱਦਾਂ ਹਾਈ ਕਮਿਸ਼ਨ ਨੇ ਕਿਹਾ ਕਿ 6 ਅਗਸਤ ਤੱਕ ਤਾਂ ਸਾਡੇ ਰਿਜ਼ਲਟ ਆਪਾਂ ਡਿਕਲੇਅਰ ਕਰਨੇ ਹੀ ਆ। ਹੁਣ ਮੈਂ ਇੱਕ ਤੁਹਾਨੂੰ ਰਫ ਜੀ ਫਿਗਰ ਦੱਸੀ ਹੈਗੀ ਕਿ 40 ਲੱਖ ਤੋਂ 5 ਲੱਖ ਵੀਜ਼ਾ ਗ੍ਰਾਂਟ ਹੋ ਜਾਣਗੇ, 6 ਲੱਖ ਜੋ ਬਾਕੀ ਦੇ 30-32 ਲੱਖ ਬੱਚੇ ਫਾਈਲਾਂ ਬਚਣਗੀਆਂ ਫਰੋਮ ਆਲ ਓਵਰ ਦਾ ਵਰਲਡ। ਤੁਸੀਂ ਤਾਂ ਜੇ ਆਪਣੀ ਫਾਈਲ ਲਾਉਣੀ ਆ, ਉਹਨਾਂ ਨੇ ਆਲਰੇਡੀ ਫਾਈਲ ਲਾਈ ਹੋਈ ਸੀਗੀ, ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਜਾਂ ਆਇਲਸ ਇੰਪਰੂਵ ਕਰ ਲਈ, ਤੇ ਉਹਨਾਂ ਨੇ ਵੀ ਤਾਂ ਦੁਬਾਰਾ ਤੋਂ ਚਾਂਸ ਦੇਖਣਾ ਹੀ ਦੇਖਣਾ। ਇਹ ਤਾਂ ਹੈਗਾ ਹੈ ਕਿ ਕੋਈ ਵੀ ਬੱਚਾ ਜੇ ਇੱਕ ਵਾਰ ਰਿਫਿਊਜ਼ ਹੋ ਜਾਂਦਾ ਉਹ ਦੁਬਾਰਾ ਤੋਂ ਟਰਾਈ ਨਹੀਂ ਕਰਦਾ। ਯਸ, ਕਈ ਵਾਰ ਤਾਂ ਐਜ਼ ਇਟ ਇਜ਼ ਆਪਣੀ ਪ੍ਰੋਫਾਈਲ ਲਗਾ ਦਿੰਦਾ ਜਾਂ ਕਾਲਜ ਚੇਂਜ ਕਰਦਾ, ਕੋਰਸ ਚੇਂਜ ਕਰਦਾ, ਆਇਲਸ ਰੀ-ਅਟੈਂਪਟ ਕਰਕੇ ਦੁਬਾਰਾ ਤੋਂ ਹਰ ਕੋਈ ਬੱਚਾ 2 ਕਿ 3 ਵਾਰ ਵੀ ਟਰਾਈ ਕਰਦੇ ਆ। ਤਾਂ ਜੋ ਇੱਕ ਫਰੈਸ਼ ਪਾਸ ਆਊਟ ਬੱਚਾ ਹੈ ਉਹਦੇ ਵਾਸਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਜਾਣਾ। ਔਰ ਇੱਦਾਂ ਨਹੀਂ ਹੈਗਾ ਕਿ ਜਨਵਰੀ ਇਨਟੇਕ ਵਿੱਚ ਬਹੁਤ ਜ਼ਿਆਦਾ ਸੀਟਾਂ ਹੈਗੀਆਂ। ਸਾਨੂੰ ਸਾਰਿਆਂ ਨੂੰ ਪਤਾ ਕੈਨੇਡਾ ਵਿੱਚ ਸਪਟੈਂਬਰ ਇਨਟੇਕ ਮੇਜਰ ਹੈਗਾ, ਜਿਸ ਤੋਂ ਸਭ ਤੋਂ ਜ਼ਿਆਦਾ ਕਾਲਜ, ਕੋਰਸਿਸ, ਯੂਨੀਵਰਸਿਟੀਜ਼, ਸੀਟਸ ਅਵੇਲੇਬਲ ਹੈਗੀਆਂ। ਸੈਕਿੰਡ ਨੰਬਰ 'ਤੇ ਜਨਵਰੀ ਆਉਂਦਾ, ਫਿਰ ਮਈ ਸਭ ਤੋਂ ਛੋਟਾ, ਅਤੇ ਜਨਵਰੀ ਵਿੱਚ ਵੀ ਇੰਨਾ ਜ਼ਿਆਦਾ ਆਪਸ਼ਨਸ ਅਵੇਲੇਬਲ ਨਹੀਂ ਹੋਣਗੇ ਕਿ ਬੱਚਾ ਸੋਚੇ ਮੈਂ ਤਾਂ ਸੋਚ ਸਮਝ ਕੇ ਪੂਰਾ ਟਾਈਮ ਲਗਾ ਕੇ ਆਪਣੀ ਫਾਈਲ ਲਗਾਈ, ਮੈਨੂੰ ਵੀਜ਼ਾ ਤਾਂ ਮਿਲਣਾ ਹੀ ਮਿਲਣਾ ਹੈ। ਨਹੀਂ, ਇੱਦਾਂ ਦਾ ਨਹੀਂ ਹੈ। ਸੈਕਿੰਡ ਥਿੰਗ, ਤੁਸੀਂ ਜੋ ਵਧਾ ਰਹੇ ਹੋ, ਜੋ ਆਪਣੀ ਪ੍ਰੋਫਾਈਲ ਦੇ ਵਿੱਚ ਗੈਪ ਪਾ ਰਹੇ ਹੋ, ਹਾਈ ਕਮਿਸ਼ਨ ਨੂੰ ਇਹ ਚੀਜ਼ ਪਤਾ ਹੈ ਕਿ ਬੱਚਾ ਸਪਟੈਂਬਰ ਵਾਸਤੇ ਐਲੀਜੀਬਲ ਸੀਗਾ, ਸੀਟਸ ਅਵੇਲੇਬਲ ਸੀਗੀਆਂ, ਇਹਨੇ ਫਿਰ ਵੀ ਫਾਈਲ ਨਹੀਂ ਲਗਾਈ। 6 ਮਹੀਨੇ ਦਾ ਇੱਕ ਬਲੈਂਕ ਐਕਸਪੀਰੀਅੰਸ ਕਿਉਂ ਰੱਖਿਆ ਆਪਣੀ ਪ੍ਰੋਫਾਈਲ ਦੇ ਵਿੱਚ? ਆਪਾਂ ਐਪਲੀਕੇਸ਼ਨ ਫਾਰਮ ਦੇ ਵਿੱਚ ਆ ਚੀਜ਼ ਨਹੀਂ ਲਿਖ ਸਕਦੇ ਕਿ ਡਿਊ ਟੂ ਕੋਵਿਡ ਇੰਪੈਕਟ ਜਾਂ ਮੈਂ ਆਪਣੇ ਪੜੋਸੀ ਦਾ ਰਿਜ਼ਲਟ ਵੇਟ ਕਰ ਰਿਹਾ ਸੀਗਾ, ਆ ਚੀਜ਼ ਨਹੀਂ ਲਿਖ ਸਕਦੇ। ਤਾਂ ਆਪਣੀ ਪ੍ਰੋਫਾਈਲ ਦੇ ਵਿੱਚ ਗੈਪ ਨਾ ਪਾਓ। ਕਿਤੇ ਨਾ ਕਿਤੇ ਭਲੇ ਅੱਧਾ % ਇਫੈਕਟ ਹੋਵੇ, ਬਟ ਨੈਗੇਟਿਵ ਇਫੈਕਟ ਜ਼ਰੂਰ ਪੈਂਦਾ ਇਸ ਚੀਜ਼ ਦਾ। ਬਿਲਕੁਲ ਸਹੀ ਗੱਲ ਤੁਸੀਂ ਕਹੀ, ਤੇ ਇਸੇ ਕਰਕੇ ਇਹਨਾਂ ਗੱਲਾਂ ਦਾ ਤੁਸੀਂ ਸਾਰੇ ਵੀ ਜ਼ਰੂਰ ਧਿਆਨ ਰੱਖੋ। ਖਾਸ ਤੌਰ ਤੇ ਅਗਰ ਤੁਸੀਂ ਕੈਨੇਡਾ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਜੋ ਰੀਸੈਂਟ ਜੋ ਹੁਣ ਚੱਲ ਰਿਹਾ ਹੈ, ਜੋ ਵੀ ਸਭ ਕੁਝ ਉਸੇ ਅਕੋਰਡਿੰਗਲੀ ਫਟਾਫਟ ਤੁਹਾਨੂੰ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਉਹਨਾਂ ਦੀ ਅਸੈਸਮੈਂਟ ਕਰਾ ਕੇ ਫਟਾਫਟ ਜੋ ਹੈ ਆਪਣੇ ਫਾਈਲਿੰਗ ਦਾ ਪ੍ਰੋਸੈਸ ਸ਼ੁਰੂ ਕਰਵਾ ਲੈਣਾ ਚਾਹੀਦਾ। ਕਿਉਂਕਿ ਪਿੱਛੇ ਜੇ ਵੀ ਗੱਲ ਜ਼ਰੂਰ ਦੇਖੀ ਗਈ ਸੀ, ਕੁਝ ਸਟੂਡੈਂਟਸ ਦੇ ਵੀਜ਼ਾ ਵੀ ਲੱਗ ਗਏ ਸੀ, ਇਸ ਦੇ ਬਾਵਜੂਦ ਵੀ ਉਹਨਾਂ ਨੇ ਜੋ ਹੈ ਅੱਗੇ ਆਨਲਾਈਨ ਕਲਾਸਿਸ ਦਾ ਜਾਂ ਜੋ ਵੀ ਉਹਨਾਂ ਦਾ ਅੱਗੋਂ ਪ੍ਰੋਗਰਾਮ ਦਿੱਤਾ ਗਿਆ ਸੀ ਉਹ ਅੱਗੇ ਵਧੇ ਹੀ ਨਹੀਂ। ਉਸ ਚੀਜ਼ ਨੂੰ ਲੈ ਕੇ ਸਿਰਫ ਰੁਕ ਗਏ, ਜਸਟ ਬਿਕੋਜ਼ ਆਫ ਕਰੋਨਾ ਵਾਇਰਸ ਔਰ ਜੋ ਨਵੀਆਂ ਗਾਈਡਲਾਈਨਸ ਨੇ ਇਹਨਾਂ ਨੂੰ ਵੇਖਦੇ ਹੋਏ ਰੁਕ ਗਏ। ਸਾਰਿਆਂ ਦੇ ਮਨ ਵਿੱਚ ਇਹੀ ਗੱਲ ਇੱਕ ਰਹੀ, ਫਲਾਈਟਸ ਨਹੀਂ ਹੈ, ਅਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ, ਤਾਂ ਅਸੀਂ ਕਿਉਂ ਅੱਗੇ ਤੁਰੀਏ? ਜਦੋਂ ਫਲਾਈਟਸ ਖੁੱਲਣਗੀਆਂ ਅਸੀਂ ਉਸ ਤੋਂ ਬਾਅਦ ਹੀ ਅੱਗੋਂ ਦਾ ਦੇਖਾਂਗੇ। ਜੀ, ਇਹਦੇ ਵਿੱਚ ਦੇਖੋ ਬੱਚੇ ਇੱਕ ਨਾ ਬਹੁਤ ਵੱਡੀ ਗਲਤੀ ਕਰ ਗਏ ਕਿ ਅਜੇ ਵੀ ਕਾਫੀ ਮੇਰੇ ਕੋਲ ਇੱਦਾਂ ਦੀਆਂ ਕੁਐਰੀਜ਼ ਹੈਗੀਆਂ ਮੈਮ ਕਿ ਜੋ ਕਹਿ ਰਿਹਾ ਕਿ ਅਜੇ ਤਾਂ ਫਲਾਈਟਸ ਤਾਂ ਚੱਲ ਨਹੀਂ ਰਹੀਆਂ ਤੇ ਫਿਰ ਮੈਂ ਅਪਲਾਈ ਕਿਉਂ ਕਰਾਂ? ਬਟ ਸਿਰਫ ਸਟੂਡੈਂਟਸ ਨਹੀਂ, ਪੇਰੈਂਟਸ ਦਾ ਵੀ ਇਹੀ ਸਭ ਤੋਂ ਵੱਡਾ ਸਵਾਲ ਹੈ। ਮੋਸਟਲੀ ਸੌਰੀ ਮੈਂ ਤੁਹਾਨੂੰ ਟੋਕ ਰਿਹਾ, ਮੋਸਟਲੀ ਇਹਦੇ ਵਿੱਚ ਬੱਚੇ ਦਾ ਆ ਚੀਜ਼ ਨਹੀਂ ਹੈਗੀ, ਸੋਚ ਹੈਗੀ ਆ ਆਈਦਰ ਪੇਰੈਂਟਸ ਦੀ ਹੈਗੀ ਆ ਜਾਂ ਉਹਨਾਂ ਪਰਸਨ ਦੀ ਹੈਗੀ ਜੋ ਉਹਨਾਂ ਨੂੰ ਮਿਸਗਾਈਡ ਕਰ ਰਿਹਾ। ਮੈਂ ਉਹਨਾਂ ਨੂੰ ਮਿਸਗਾਈਡ ਹੀ ਕਹੂੰਗਾ। ਜੇ ਤੁਸੀਂ ਅੱਜ ਵੀ ਫਾਈਲ ਲਗਾਉਂਦੇ ਹੋ ਮੇਰੇ ਰਾਹੀਂ ਜਾਂ ਕਿਸੇ ਹੋਰ ਦੇ ਰਾਹੀਂ ਲਗਾਉਂਦੇ ਹੋ, ਤੁਸੀਂ ਕੱਲ ਨੂੰ ਫਲਾਈ ਨਹੀਂ ਕਰਨਾ ਜਾਂ ਹਫਤੇ ਬਾਅਦ ਨਹੀਂ ਕਰਨਾ। ਸਾਡੀ ਫਾਈਲਿੰਗ ਦਾ ਇੱਕ ਪ੍ਰੋਸੈਸ ਹੁੰਦਾ, ਆਫਰ ਲੈਟਰ ਆਉਣ ਨੂੰ 8 ਤੋਂ 10 ਦਿਨ ਲੱਗਦੇ ਆ, ਕੁਝ 20-25 ਦਿਨ ਵੀ ਲੱਗਦੇ ਆ। ਤੁਸੀਂ ਫੀਸ ਅਰੇਂਜ ਕਰਕੇ ਟ੍ਰਾਂਸਫਰ ਕਰਨੀ ਹੈ। ਅਗਰ ਤੁਸੀਂ ਨੌਨ ਐਸਟੀਜ਼ ਵਿੱਚ ਹੋ, ਤੁਹਾਡੀ ਡਾਕੂਮੈਂਟੇਸ਼ਨ ਵੱਧ ਜਾਂਦੀ ਹੈ, ਉਹ ਡਾਕੂਮੈਂਟਸ ਰੈਡੀ ਕਰਨੇ ਆ।
ਫਿਰ ਤੁਹਾਡੀ ਫਾਈਲ ਰੈਡੀ ਹੋਣ ਨੂੰ ਵੀ ਟਾਈਮ ਲੱਗਦਾ ਹੈਗਾ। ਇਦਾਂ ਨਹੀਂ ਹੈਗਾ ਕਿ ਆਪਾਂ ਡਾਕੂਮੈਂਟ ਇਕੱਠੇ ਕੀਤੇ, ਸਕੈਨ ਕਰਕੇ ਅਪਲੋਡ ਕਰਤੇ। SOP ਬਣਨੀ ਹੈ, ਫਿਰ ਤੁਹਾਡੀ ਜੇ ਤੁਸੀਂ ਨੌਨ STS ਦੇ ਵਿੱਚੋਂ ਪ੍ਰੋਫਾਈਲ ਦੇ ਅਕੋਰਡਿੰਗਲੀ, ਚੈੱਕਲਿਸਟ ਦੇ ਅਕੋਰਡਿੰਗਲੀ ਪੂਰੀ ਫਾਈਲ ਰੈਡੀ ਹੋਣੀ ਹੈ। ਤੁਹਾਨੂੰ ਕਿਤੇ ਨਾ ਕਿਤੇ 1.5 ਮਹੀਨਾ ਤੇ ਈਜ਼ੀਲੀ ਲੱਗ ਜਾਂਦਾ ਤੁਹਾਡੀ ਫਾਈਲ ਹਾਈ ਕਮਿਸ਼ਨ ਦੇ ਵਿੱਚ ਪ੍ਰੈਜ਼ੈਂਟ ਹੋਣ ਦੇ ਵਾਸਤੇ। ਉਸ ਤੋਂ ਬਾਅਦ ਹਾਈ ਕਮਿਸ਼ਨ ਵੀ ਟਾਈਮ ਲਏਗਾ ਤੁਹਾਡਾ ਰਿਜ਼ਲਟ ਦੇਣ ਨੂੰ, ਬਾਇਓਮੈਟ੍ਰਿਕ ਹੋਣੇ ਆ ਤੁਹਾਡੇ, ਮੈਡੀਕਲ ਨੂੰ ਵੀ ਟਾਈਮ ਲੱਗੇਗਾ। ਤਾਂ ਆਪਾਂ ਜਦੋਂ ਵੀਜ਼ੇ ਦੀ ਗੱਲ ਕਰ ਰਹੇ, ਜੇ ਮੈਂ ਅੱਜ ਬੈਠਿਆ ਗੱਲ ਕਰ ਰਿਹਾ ਇਸ ਟਾਈਮ, ਮੈਂ ਤੁਹਾਡੇ ਵਾਸਤੇ ਕਰ ਰਿਹਾ ਸੈਪਟੈਂਬਰ ਇਨਟੇਕ ਦੀ ਗੱਲ, ਜਿਹਦੇ 'ਚ ਬਹੁਤ ਰੇਅਰ ਸੀਟਸ ਹੈਗੀਆਂ, ਬਹੁਤ ਘੱਟ। ਦੈਨ ਅਪਕਮਿੰਗ ਤੁਹਾਡੇ ਕੋਲ ਆਪਸ਼ਨ ਹੋਣਗਾ ਜੋ ਨੈਕਸਟ ਇਨਟੇਕ ਦਾ, ਤੇ ਹਾਈ ਕਮਿਸ਼ਨ ਨੂੰ ਵੀ 30 ਤੋਂ 60 ਦਿਨ ਚਾਹੀਦੇ ਰਿਜ਼ਲਟ ਦੇਣ ਦੇ ਵਾਸਤੇ। ਤੇ ਫਲਾਈ ਤੁਸੀਂ ਉਸ ਤੋਂ ਬਾਅਦ ਕਰਨਾ ਹੈ, ਨਾ ਕਿ ਤੁਸੀਂ ਜੇ ਅੱਜ ਐਪਲੀਕੇਸ਼ਨ ਪਾਉਂਦੇ ਹੋ ਤੁਸੀਂ ਕੱਲ ਨੂੰ ਫਲਾਈ ਕਰਨਾ। ਤੇ ਇੱਕ ਨਾ ਬਹੁਤ ਜਿਹਾ ਇਹਨੂੰ ਕਿ ਜੈਨੂਇਨ ਰੀਜ਼ਨ ਨਹੀਂ ਹੈਗਾ ਕਿ ਜਹਾਜ਼ ਦਾ ਆਰਡਰ ਨਹੀਂ ਤੇ ਮੈਂ ਅਜੇ ਕਿਉਂ ਪਾਣੀ, ਇੱਕ ਵਾਰ ਜਹਾਜ਼ ਸ਼ੁਰੂ ਹੋ ਜਾਣ ਫਿਰ ਹੀ ਮੈਂ ਐਪਲੀਕੇਸ਼ਨ ਪਾਵਾਂਗਾ। ਇਹ ਜਸਟ ਆਪਣੀ ਪ੍ਰੋਫਾਈਲ ਤੇ ਇੱਕ ਤੁਸੀਂ ਨੈਗੇਟਿਵ ਇੰਪੈਕਟ ਪਾ ਰਹੇ ਹੋ, ਅਜੇ ਆਪਣਾ ਜਹਾਜ਼ ਉਡਣ ਦਾ ਵੇਟ ਕਰ ਰਹੇ ਹੋ। ਜੀ ਬਿਲਕੁਲ, ਕਿਉਂਕਿ ਇਹ ਸਿੰਪਲ ਜੀ ਗੱਲ ਲੱਗਦੀ ਕਿ ਜਦੋਂ ਤੱਕ ਫਲਾਈਟਸ ਸ਼ੁਰੂ ਹੋ ਜਾਣਗੀਆਂ ਉਦੋਂ ਤੱਕ ਤਾਂ ਆਲਰੇਡੀ ਜਿਨ੍ਹਾਂ ਬੱਚਿਆਂ ਦੇ ਫਾਈਲ ਪ੍ਰੋਸੈਸ ਕਰਵਾ ਚੁੱਕੇ ਨੇ, ਜਿਨ੍ਹਾਂ ਦੇ ਵੀਜ਼ਾ ਲੱਗ ਗਏ ਨੇ, ਉਹ ਫਲਾਈ ਕਰ ਜਾਣਗੇ। ਤੇ ਜੇ ਤੁਸੀਂ ਉਦੋਂ ਅਪਲਾਈ ਕਰਦੇ ਹੋ, ਉਦੋਂ ਤੁਸੀਂ ਪ੍ਰੋਸੈਸ ਸ਼ੁਰੂ ਕਰਦੇ ਹੋ, ਤਾਂ ਤੁਸੀਂ ਖੁਦ ਸੋਚੋ ਕਿ ਤੁਸੀਂ ਇਸ ਰੇਸ ਦੇ ਵਿੱਚ ਬਹੁਤ ਹੀ ਪਿੱਛੇ ਰਹਿ ਜਾਓਗੇ। ਆਪਣੇ ਆਪ ਨੂੰ ਤੁਸੀਂ ਮੰਨ ਸਕਦੇ ਹੋ, ਕਿਉਂਕਿ ਜਿੱਥੇ ਬੱਚੇ ਫਲਾਈ ਕਰਕੇ ਉੱਥੇ ਪਹੁੰਚ ਚੁੱਕੇ ਹੋਣਗੇ ਤੇ ਉਦੋਂ ਤੁਸੀਂ ਆਪਣਾ ਪ੍ਰੋਸੈਸ ਸ਼ੁਰੂ ਕਰਾਓਗੇ ਤਾਂ ਤੁਸੀਂ ਆਲਰੇਡੀ ਕਾਫੀ ਪਿੱਛੇ ਹੋ, ਕਿਉਂਕਿ ਕਰੋਨਾ ਵਾਇਰਸ ਕਰਕੇ ਪਹਿਲਾਂ ਹੀ ਚੀਜ਼ਾਂ ਰੁਕ ਚੁੱਕੀਆਂ, ਨਿਊ ਗਾਈਡਲਾਈਨਸ ਕਰਕੇ ਚੀਜ਼ਾਂ ਪਹਿਲਾਂ ਹੀ ਰੁਕ ਗਈਆਂ ਸੀ, ਫਲਾਈਟਸ ਰੁਕਣ ਕਰਕੇ। ਸੋ ਇਸੇ ਲਈ ਸਟੂਡੈਂਟਸ ਨੂੰ ਟਾਈਮ ਰਹਿੰਦਿਆਂ ਜੋ ਹੈ ਸਹੀ ਡਿਸੀਜਨ ਲੈ ਕੇ ਪੇਰੈਂਟਸ ਨੂੰ ਵੀ ਪੂਰੀ ਜਾਣਕਾਰੀ ਦੇ ਨਾਲ ਅੱਗੇ ਜ਼ਰੂਰ ਵਧਣਾ ਚਾਹੀਦਾ ਹੈ। ਇੱਥੇ ਤੁਹਾਡੇ ਤੋਂ ਇਹ ਵੀ ਜ਼ਰੂਰ ਜਾਣਨਾ ਚਾਹਾਂਗੀ ਕਿ ਤੁਹਾਡੀ ਕੰਪਨੀ ਦੇ ਕੈਨੇਡਾ ਦੇ ਨਾਲ ਕਿਸ ਤਰ੍ਹਾਂ ਦੇ ਕਾਲਜਿਸ ਜਾਂ ਯੂਨੀਵਰਸਿਟੀਜ਼ ਦੇ ਨਾਲ ਟਾਈ-ਅਪਸ ਨੇ, ਤਾਂ ਕਿ ਸਟੂਡੈਂਟਸ ਨੂੰ ਪੂਰੀ ਜਾਣਕਾਰੀ ਮਿਲ ਸਕੇ। ਤੁਹਾਡੇ ਨਾਲ ਟਾਈ-ਅਪ ਕਰਨਾ ਚਾਹਣ ਤਾਂ ਉਹਨਾਂ ਨੂੰ ਪਹਿਲਾਂ ਤੋਂ ਪਤਾ ਹੋਵੇ ਕਿ ਤੁਹਾਡੇ ਕਿਸ ਤਰ੍ਹਾਂ ਦੇ ਟਾਈ-ਅਪਸ ਕੈਨੇਡਾ ਵਿੱਚ ਹਨ। ਜੀ ਬਿਲਕੁਲ ਮੈਮ, ਸਾਡੇ ਕੰਪਨੀ ਜੋ ਹੈਗੀ ਹੈ ਡਾਇਰੈਕਟ ਟਾਈ-ਅਪਸ ਕਾਲਜ, ਯੂਨੀਵਰਸਿਟੀਜ਼, ਪ੍ਰਾਈਵੇਟ, ਗਵਰਨਮੈਂਟ, ਸੈਮੀ ਗਵਰਨਮੈਂਟ, ਜਿੰਨੇ ਵੀ ਟਾਈਪ ਦੇ ਹੈਗੇ ਇੰਸਟੀਟਿਊਸ਼ਨਸ ਹੈਗੇ, ਸਾਰਿਆਂ ਦੇ ਨਾਲ ਡਾਇਰੈਕਟ ਟਾਈ-ਅਪ ਹੈਗੇ। ਨੋ ਡਾਊਟ ਇਹ ਨਹੀਂ ਮੈਂ ਕਹਿੰਦਾ ਕਿ 100% ਈਚ ਐਂਡ ਐਵਰੀ ਦੇ ਹੈਗੇ, ਜਿਨ੍ਹਾਂ ਦੇ ਵਿੱਚ ਸਾਡੇ ਨਹੀਂ ਹੈਗੇ। ਸਾਡੇ ICCRC ਲਾਇਰਸ ਦੀ ਜੋ ਪੈਨਲ ਟੀਮ ਹੈਗੀ ਹੈ, ਉਹਨਾਂ ਦੇ ਅਦਰ ਜੋ ਨਾਲ ਲਾਇਰਸ ਹੈਗੇ ਆ, ਉਹਨਾਂ ਦੇ ਥਰੂ ਟਾਈ-ਅਪਸ ਹੈਗੇ ਆ। ਬਟ ਇਹਦਾ ਮਤਲਬ ਆ ਨਹੀਂ ਹੈਗਾ ਕਿ ਜੇਕਰ ਤੁਸੀਂ ਕਾਲਜ ਦੇ ਵਿੱਚ ਮੇਰੇ ਰਾਹੀਂ ਅਪਲਾਈ ਕਰਦੇ ਹੋ ਔਰ ਮੇਰੀ ਕੰਪਨੀ ਦਾ ਉਹਦੇ ਵਿੱਚ ਡਾਇਰੈਕਟ ਟਾਈ-ਅਪ ਨਹੀਂ ਹੈਗਾ ਤਾਂ ਤੁਹਾਨੂੰ ਆਫਰ ਲੈਟਰ ਮਿਲਣ 'ਚ ਦੇਰੀ ਹੋਏਗੀ, ਨਹੀਂ। ਆਈ ਪ੍ਰੋਮਿਸ ਯੂ, ਜੇਕਰ ਪਬਲਿਕ ਕਾਲਜ ਦਾ ਵੀ ਤੁਸੀਂ ਆਫਰ ਲੈਟਰ ਜਿਵੇਂ ਸੈਂਟ ਕਲੀਅਰ ਦਾ ਕਹਿੰਦੇ ਹੋ, ਮੈਂ 5 ਦਿਨ ਦੇ ਅੰਦਰ ਤੁਹਾਨੂੰ ਆਫਰ ਲੈਟਰ ਅੱਜ ਦੀ ਡੇਟ ਦੇ ਵਿੱਚ ਵੀ ਸੈਪਟੈਂਬਰ ਇਨਟੇਕ ਦਾ ਲਿਆ ਕੇ ਦੇ ਸਕਣਾ। ਤੇ ਸਾਡੇ ਡਾਇਰੈਕਟ ਟਾਈ-ਅਪ ਹੈਗੇ ਆ, ਇਨਡਾਇਰੈਕਟ ਟਾਈ-ਅਪ ਵੀ ਹੈਗੇ ਆ, ਲੇਕਿਨ ਜਿੱਥੇ ਸਾਡੇ ਇਨਡਾਇਰੈਕਟ ਟਾਈ-ਅਪ ਹੈਗੇ ਆਪਾਂ ਕਦੇ ਵੀ ਬੱਚੇ ਨੂੰ ਸਫਰ ਨਹੀਂ ਹੋਣ ਦੇਈਦਾ ਉਹਦੇ ਵਾਸਤੇ ਕਿ ਤੁਸੀਂ ਜਿਵੇਂ ਇਸ ਟਾਈਮ ਤੁਸੀਂ ਸੁਣਿਆ ਹੋਣਾ ਕਿ ਜਿਵੇਂ ਹਾਈ ਕਮਿਸ਼ਨ ਤੋਂ ਆਇਆ ਕਿ ਹੁਣ ਆਪਣਾ ਡੈਫਰਡ ਆਫਰ ਲੈਟਰ ਤੁਸੀਂ ਸਬਮਿਟ ਕਰਵਾਓ, ਬਿਕੋਜ਼ ਮਾਈ ਇਨਟੇਕ ਨਿਕਲ ਗਿਆ। ਤੇ ਜਿਨ੍ਹਾਂ ਵੀ ਬੱਚਿਆਂ ਨੇ ਸਾਡੇ ਥਰੂ ਕਰਾਇਆ, ਵਿਦਿਨ 2 ਡੇਜ਼ ਸਾਡੇ ਕੋਲ ਡੈਫਰ ਲੈਟਰ ਆ ਰਿਹਾ ਔਰ ਆਪਾਂ ਉਹਨੂੰ ਆਨਲਾਈਨ ਅਪਲੋਡ ਕਰਕੇ ਹਾਈ ਕਮਿਸ਼ਨ ਦੇ ਅੱਗੇ ਸਬਮਿਟ ਕਰ ਰਹੇ ਹਾਂ। ਤੇ ਈਜ਼ੀ ਵੇ ਇਮੀਗ੍ਰੇਸ਼ਨ ਇੱਕ ਇਹੋ ਜਿਹੀ ਕੰਸਲਟੈਂਟ ਕੰਪਨੀ ਹੈਗੀ ਹੈ ਜਿੱਥੇ ਸਾਰੀ ਦੀ ਸਾਰੀ ਜ਼ਿੰਮੇਵਾਰੀ ਸਾਡੀ ਔਰ ਸਾਡੇ ਲਾਇਰਸ ਦੀ ਹੁੰਦੀ ਹੈ। ਮੇਰੀ ਪਰਸਨਲ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਬੱਚਾ ਮੇਰੇ ਕੋਲ ਆ ਕੇ ਅਪਲਾਈ ਕਰ ਰਿਹਾ ਉਹਦੀ ਫਾਈਲ ਸਹੀ ਢੰਗ ਨਾਲ, ਜੈਨੂਅਨ ਢੰਗ ਨਾਲ, ਔਰ ਬੱਚੇ ਨੂੰ ਘੱਟ ਤੋਂ ਘੱਟ ਦਿੱਕਤ ਹੋਵੇ, ਡਾਕੂਮੈਂਟ ਸਿੱਧਾ ਰੈਡੀ ਹੋ ਜਾਣ ਕਿ ਜੋ ਆਪਾਂ ਨੂੰ ਡਾਕੂਮੈਂਟ ਕਹਿੰਦੇ ਆ ਸਾਡੇ ਲਾਇਰ ਕਹਿੰਦੇ ਈਜ਼ੀਲੀ ਉਹ ਅਰੇਂਜ ਕਰ ਸਕੇ। ਕਈ ਵਾਰ ਮੈਂ ਆ ਵੀ ਦੇਖਿਆ ਕਿ ਕੰਸਲਟੈਂਟ ਕਈ ਵਾਰ ਫਾਈਲ ਨੂੰ ਲਟਕਾਉਣ ਦੇ ਵਾਸਤੇ ਹੀ ਬੱਚੇ ਨੂੰ ਡਾਕੂਮੈਂਟੇਸ਼ਨ ਇਸ ਤਰ੍ਹਾਂ ਨਾਲ ਸਮਝਾਉਂਦਾ ਕਿ ਉਹ ਵੈਸੇ ਹੀ ਪਰੇਸ਼ਾਨ ਹੋ ਜਾਂਦਾ ਕਿ ਆਹ ਡਾਕੂਮੈਂਟ ਮੈਂ ਕਿੱਦਾਂ ਰੈਡੀ ਕਰਨੇ। ਫਿਰ ਕੁਛ ਤੇ ਓਬਵੀਅਸਲੀ ਐਕਸਟਰਾ ਪੈਸੇ ਵੀ ਖਰਚਦੇ ਆ ਬੱਚੇ ਇਸ ਚੀਜ਼ ਵਾਸਤੇ ਕਿ ਡਾਕੂਮੈਂਟੇਸ਼ਨ ਮੇਰੀ ਤੁਸੀਂ ਰੈਡੀ ਕਰਵਾ ਦਿਓ। ਤੇ ਜਦੋਂ ਤੁਸੀਂ EIFS ਵੱਲੋਂ ਅਪਲਾਈ ਕਰਦੇ ਹੋ ਤੁਹਾਨੂੰ ਇਸ ਚੀਜ਼ ਦੀ ਪੂਰੀ ਟਰਾਂਸਪੇਰੈਂਸੀ ਰੱਖੀ ਜਾਂਦੀ ਹੈ ਔਰ ਆਪਾਂ ਕੋਸ਼ਿਸ਼ ਕਰਨੇ ਕਿ ਮਿਨੀਮਮ ਤੋਂ ਮਿਨੀਮਮ ਜਾਂ ਤੁਹਾਨੂੰ 0 ਲੈਵਲ ਦਾ ਵੀ ਕੋਈ ਦਿੱਕਤ ਆਵੇ। ਤੇ ਜੇਕਰ ਤੁਸੀਂ EIFS ਦੇ ਵੱਲੋਂ ਅਪਲਾਈ ਕਰਦੇ ਹੋ, ਆਈ ਪ੍ਰੋਮਿਸ ਯੂ ਇਸ ਮੰਚ 'ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਕਿ ਤੁਹਾਡੀ ਫਾਈਲ ਸਹੀ ਔਰ ਜੈਨੂਅਨ ਢੰਗ ਨਾਲ ਹਾਈ ਕਮਿਸ਼ਨ ਦੇ ਅੱਗੇ, ਵੀਜ਼ਾ ਦੇ ਅੱਗੇ ਪ੍ਰੈਜ਼ੈਂਟ ਹੋਏਗੀ। ਔਰ ਮੇਰੀ 100% ਕੋਸ਼ਿਸ਼ ਆਪਣੀ ਆ ਰਹਿੰਦੀ ਹੈ ਕਿ ਜੋ ਬੱਚਾ ਮੇਰੇ ਥਰੂ ਅਪਲਾਈ ਕਰ ਰਿਹਾ ਉਹਦਾ ਵੀਜ਼ਾ ਲੱਗੇ ਹੀ ਲੱਗੇ। ਜੀ ਬਿਲਕੁਲ। ਤੇ ਜਿੱਥੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ 2 ਕੈਟਾਗਰੀਜ਼ ਹਰ ਵਾਰੀ ਸੁਣਨ ਨੂੰ ਮਿਲਦੀਆਂ ਨੇ, SDS ਔਰ ਨੌਨ SDS। ਤਾਂ ਜ਼ਰੂਰ ਤੁਹਾਡੇ ਤੋਂ ਇਹ ਵੀ ਮੈਂ ਜਾਣਨਾ ਚਾਹੂੰਗੀ ਕਿ ਤੁਹਾਡੀ ਕੰਪਨੀ ਵੱਲੋਂ SDS ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਜਾਂ ਫਿਰ ਨੌਨ SDS ਕੇਸਿਸ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ? ਮੈਮ ਦੇਖੋ, ਬੀਇੰਗ ਐਜ਼ ਅ ਕੰਸਲਟੈਂਟ ਪਾਰਸ਼ੈਲਿਟੀ ਤਾਂ ਮੈਂ ਜ਼ਿੰਦਗੀ 'ਚ ਕਦੇ ਨਹੀਂ ਕੀਤੀ। ਹਾਈ ਕਮਿਸ਼ਨ ਨੇ ਕਦੇ ਨਹੀਂ ਕਿਹਾ ਕਿ ਰਾਜੇ ਤੂੰ ਨੌਨ STS ਦੇ ਵਿੱਚ ਫਾਲ ਕਰਨਾ ਤੇ ਆਪਾਂ ਤੈਨੂੰ ਵੀਜ਼ਾ ਨਹੀਂ ਦੇਣਾ। ਇਹ ਤਾਂ ਜਸਟ ਮਾਰਕੀਟ ਦੀ ਹਵਾ ਹੈ। ਕੁਝ ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਸਿਰਫ ਕਰੀਮ ਖਾਣ ਦੀ ਆਦਤ ਹੈਗੀ ਕਿ ਵਧੀਆ STS ਨੂੰ ਆਪਾਂ ਵਧੀਆ ਮੰਨਦੇ ਹਾਂ। ਬਟ ਮੈਂ ਕਾਫੀ ਹੱਦ ਤੱਕ ਦੇਖਿਆ ਕਿ ਜੋ ਰਿਫਿਊਜ਼ਲ ਰੇਟ ਆ ਉਹ STS ਦਾ ਜ਼ਿਆਦਾ ਹੁੰਦਾ ਹੈ। ਬਿਕੋਜ਼ STS ਤੇ ਹਰ ਕੋਈ ਮਿਹਨਤ ਘੱਟ ਕਰਦਾ ਹੈ। ਉਹ ਤਾਂ ਇਹ ਸੋਚ ਲੈਂਦਾ ਵੀ IELTS 6 ਨੋਟਲੈਸ 6 ਆ ਗਏ, SDS ਆ ਗਏ, ਬਾਕੀ ਮਿਹਨਤ ਛੱਡੋ। ਉੱਥੇ ਉਹਦੀ ਕੋਰਸ ਪ੍ਰੈਫਰੈਂਸ ਜੋ ਉਹਦੇ ਪ੍ਰੋਫਾਈਲ ਦੇ ਅਕੋਰਡਿੰਗਲੀ ਆ ਉਸ ਚੀਜ਼ ਨੂੰ ਛੱਡਿਆ ਜਾਂਦਾ। ਔਰ ਜਦੋਂ ਆਪਾਂ ਇਹਦੇ ਵਿੱਚ ਗੱਲ ਕਰਨੇ ਆ ਕਿ
ਡਾਕੂਮੈਂਟੇਸ਼ਨ ਜਦੋਂ ਵੀ ਰੈਡੀ ਹੁੰਦੀ ਹੈ, ਜੇ ਬੱਚੇ ਦਾ ਗੈਪ ਹੈਗਾ ਆ, ਐਸਟੀਐਸ ਦੇ ਵਿੱਚ ਸਾਨੂੰ ਐਸਓਪੀ ਦੀ ਮੈਂਡੇਟਰੀ ਨਹੀਂ ਹੈਗਾ ਹੈ, ਜੇਕਰ ਸਾਡਾ ਜ਼ਿਆਦਾ ਗੈਪ ਹੈਗਾ ਤਾਂ ਉਹਦੇ ਵਿੱਚ ਕੀ ਡਾਕੂਮੈਂਟ ਲਗਾਉਣੇ ਆ, ਇਹ ਫਿਰ ਕੰਸਲਟੈਂਟ ਮਿਸ ਕਰ ਦਿੰਦੇ ਆ। ਜੋ ਹਾਈ ਕਮਿਸ਼ਨ ਨੇ 4 ਡਾਕੂਮੈਂਟ ਦੀ ਚੈੱਕਲਿਸਟ ਕਹੀ ਹੈ, GIC, IELTS ਸਕੋਰ, LOA ਫਰੋਮ DLI ਰਜਿਸਟਰਡ ਕਾਲਜ ਔਰ 1 ਸਾਲ ਦੀ ਫੀਸ, ਸਿਰਫ 4 ਡਾਕੂਮੈਂਟ ਅਪਲੋਡ ਕਰਕੇ ਉਹ ਕਹਿੰਦਾ ਕਿ ਤੇਰਾ ਉੱਤੇ ਵੀਜ਼ਾ ਆ ਜਾਣਾ, ਔਰ ਉੱਥੇ ਹੀ ਬੱਚੇ ਦਾ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਰਹੀ ਨਾਨ ਐਸਟੀਐਸ ਦੀ ਗੱਲ, ਨਾਨ ਐਸਟੀਐਸ ਨੂੰ ਮੈਂ ਹਮੇਸ਼ਾ ਜ਼ਿਆਦਾ ਪ੍ਰੈਫਰ ਕਰਨਾ, ਓਕੇ, ਬਿਕੋਜ਼ ਐਸਟੀਐਸ ਦੇ ਵਿੱਚ ਤਾਂ ਸਾਨੂੰ ਇੱਕ ਲਿਮਿਟਡ ਆਪਸ਼ਨ ਹੁੰਦਾ ਕਿ ਆਪਾਂ ਨਾ ਬੱਚੇ ਦੀ ਫਾਈਲ ਕਿਵੇਂ ਪ੍ਰੈਜ਼ੈਂਟ ਕਰਨੀ ਹੈ। ਜਦੋਂ ਨਾਨ ਐਸਟੀਐਸ ਦੀ ਗੱਲ ਆ ਜਾਂਦੀ ਹੈ, ਫਿਰ ਇੱਕ ਕੰਸਲਟੈਂਟ ਦੀ ਸੱਚੀ ਮਿਹਨਤ ਉੱਥੇ ਨਜ਼ਰ ਆਉਂਦੀ ਹੈ ਕਿ ਉਹਦੀ ਡਾਕੂਮੈਂਟੇਸ਼ਨ ਕਿੱਦਾਂ ਪ੍ਰੀਪੇਅਰ ਕਰ ਰਿਹਾ ਉਹ, ਕਿਵੇਂ ਉਹਦੇ ਫਾਈਨੈਂਸ਼ੀਅਲਸ, ਕੀ ਉਹਦੇ ਹੋਮ ਕੰਟਰੀ ਦੇ ਨਾਲ ਸਟਰੋਂਗ ਟਾਈਪ ਕਿਵੇਂ ਸ਼ੋਅ ਕਰਨੇ ਆ, ਕੋਰਸ ਕਿੱਦਾਂ ਚੁਣਨਾ ਹੈ। ਜੇ ਬੱਚਾ ਵੀਕ ਹੈਗਾ, ਮਾਰਕਸ 33 ਹੈਗੇ ਆ, 34 ਹੈਗੇ ਮੈਥਸ ਜਾਂ ਇੰਗਲਿਸ਼ ਦੇ ਵਿੱਚ, ਉਹਨੂੰ ਕਿੱਦਾਂ ਦਾ ਕੋਰਸ ਦੇਣਾ, ਇਹ ਸਾਰਾ ਨਾਨ ਐਸਟੀਐਸ ਦੇ ਵਿੱਚ ਚੱਲਦਾ। ਤੇ EIFS ਦੀ ਟੀਮ ਔਰ ਸਾਡੇ ਲਾਇਰਸ ਦੀ ਟੀਮ ਔਰ ਮੇਰੀ ਹਮੇਸ਼ਾ ਇਹ ਪ੍ਰੈਫਰੈਂਸ ਹੁੰਦੀ ਕਿ ਆਪਾਂ ਨਾਨ ਐਸਟੀਐਸ ਦੀ ਫਾਈਲ ਨੂੰ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਉਹਨੂੰ ਹਾਈ ਕਮਿਸ਼ਨ ਦੇ ਅੱਗੇ ਵੀਜ਼ਾ ਦੇ ਵਾਸਤੇ ਪ੍ਰੈਜ਼ੈਂਟ ਕਰੀਏ, ਔਰ ਉਹਦਾ ਸਾਡਾ ਆਪਣਾ ਨਾਨ ਐਸਟੀਐਸ ਕੇਸ ਦਾ ਸਕਸੈਸ ਰੇਟ ਜ਼ਿਆਦਾ ਰਹਿੰਦਾ ਐਸਟੀਐਸ ਦੇ ਮੁਕਾਬਲੇ। ਬਿਕੋਜ਼ ਐਸਟੀਐਸ ਤੇ ਬੱਚਾ ਵੀ ਕਿਤੇ ਨਾ ਕਿਤੇ ਜ਼ਿੱਦ ਫੜ ਕੇ ਬਹਿ ਜਾਂਦਾ ਹੈ, ਸਾਨੂੰ ਪਤਾ ਹੈ ਕਿ ਆਹ ਕੋਰਸ ਦੀ ਪ੍ਰੋਫਾਈਲ ਦੇ ਨਾਲ ਮੈਚ ਨਹੀਂ ਕਰ ਰਿਹਾ, ਫਿਰ ਉਹ ਕਹਿੰਦਾ ਸਰ ਨਹੀਂ ਤੁਸੀਂ ਨਾ ਦਵਾਓ ਕੋਰਸ, ਮੈਨੂੰ ਤਾਂ XYZ ਕੰਸਲਟੈਂਟ ਤੋਂ ਦਵਾ ਰਿਹਾ, ਮੈਂ ਤੇ ਜਾਣਾ ਇਹਦੇ ਵਿੱਚ, ਔਰ ਇੱਥੇ ਹੀ ਬੱਚਾ ਫਿਰ ਮਾਰ ਖਾ ਜਾਂਦਾ ਹੈ। ਜੀ ਬਿਲਕੁਲ ਸਹੀ ਗੱਲ ਤੁਸੀਂ ਕਹੀ, ਕਿਉਂਕਿ ਕਈ ਵਾਰੀ ਆਪਣੀ ਖੁਦ ਦੀ ਜ਼ਿੱਦ ਜੋ ਹੈ ਬੱਚਿਆਂ ਨੂੰ ਬਾਅਦ ਵਿੱਚ ਇੱਥੋਂ ਤਾਂ ਲਗਵਾ ਲੈਂਦੇ ਨੇ ਵੀਜ਼ਾ, ਕਈ ਵਾਰ ਉੱਥੇ ਪਹੁੰਚ ਵੀ ਜਾਂਦੇ ਨੇ ਜਿੱਥੇ ਜਾਣਾ, ਲੇਕਿਨ ਬਾਅਦ ਵਿੱਚ ਕਈ ਤਰ੍ਹਾਂ ਦੀ ਮੁਸ਼ਕਿਲਾਂ ਫੇਸ ਕਰਨੀਆਂ ਪੈਂਦੀਆਂ। ਉਦੋਂ ਇੱਥੇ ਬੈਠੇ ਜਿਹੜੇ ਪੇਰੈਂਟਸ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ ਕਿ ਹੁਣ ਕੀ ਕੀਤਾ ਜਾਏ, ਤੇ ਜਿਹੜੇ ਬੱਚੇ ਬਾਹਰ ਪਹੁੰਚ ਚੁੱਕੇ ਹੁੰਦੇ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ ਕਿ ਅਸੀਂ ਗਲਤ ਡਿਸੀਜਨ ਲੈ ਲਿਆ। ਸੋ ਇਸ ਲਈ ਟਾਈਮਲੀ ਜੋ ਹੈ ਸੋਚ ਸਮਝ ਕੇ ਅੱਛੀ ਰਾਏ ਲੈ ਕੇ ਸਹੀ ਰਸਤੇ ਵੱਲ ਤੁਰਨਾ ਚਾਹੀਦਾ, ਤਾਂ ਕਿ ਤੁਹਾਨੂੰ ਲੌਂਗ ਟਰਮ ਤੁਹਾਡੇ ਫੈਸਲੇ ਦੇ, ਤੁਹਾਡੇ ਡਿਸੀਜਨ ਦੇ ਨੁਕਸਾਨ ਨਹੀਂ ਬਲਕਿ ਸਿਰਫ ਫਾਇਦੇ ਹੀ ਫਾਇਦੇ ਮਿਲਣ। ਅੱਗੇ ਆਪਾਂ ਗੱਲ ਕਰ ਲਈ, ਕਿਉਂਕਿ ਫੰਡਸ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਜਿੰਨੇ ਪੇਰੈਂਟਸ ਦੇ ਸ਼ੋਅ ਵੇਖ ਰਹੇ ਹੁੰਦੇ ਨੇ ਉਹਨਾਂ ਦਾ ਕੰਸਰਨ ਇਹ ਵੀ ਹੁੰਦਾ ਕਿ ਅਸੀਂ ਇਹ ਵੀ ਜਾਣ ਸਕੀਏ ਕਿ ਕੈਨੇਡਾ ਲਈ ਅਪਲਾਈ ਕਰ ਰਹੇ ਹਾਂ ਤਾਂ ਸਾਨੂੰ ਕਿੰਨੇ ਫੰਡਸ ਲਈ ਪ੍ਰੀਪੇਅਰ ਰਹਿਣਾ ਚਾਹੀਦਾ ਤਾਂ ਕਿ ਆਪਣੇ ਬੱਚਿਆਂ ਨੂੰ ਉਹ ਬਾਹਰ ਭੇਜ ਸਕਣ। ਜੀ ਬਿਲਕੁਲ, ਦੇਖੋ ਜਦੋਂ ਆਪਾਂ ਕੈਨੇਡਾ ਦੇ ਵਿੱਚ ਅਪਲਾਈ ਕਰਨਾ ਤੇ ਇੱਕ ਆਪਣਾ 6 ਲੱਖ ਦਾ ਜੋ $10,200 ਦਾ GIC ਹੈਗਾ ਆ, ਉਹ ਤਾਂ ਸਾਡਾ ਮਸਟ ਹੈਗਾ ਆ, ਉਹਨੂੰ ਤਾਂ ਆਪਾਂ ਰੱਖ ਹੀ ਲੈਂਦੇ ਹਾਂ। ਰੈਸਟ ਡਿਪੈਂਡ ਕਰਦਾ ਤੁਸੀਂ ਕਿੱਦਾਂ ਦਾ ਕੋਰਸ ਲੈਂਦੇ ਹੋ, ਕਾਲਜ ਐਂਡ ਤੁਹਾਡੇ ਕੋਰਸ ਦੀ ਲੈਂਥ ਕਿੰਨੀ ਕਰ ਹੈਗੀ ਹੈ। ਟੈਕਨੀਕਲ ਦੇ ਵਿੱਚ ਕਈ ਵਾਰ ਫੀਸ ਜ਼ਿਆਦਾ ਹੁੰਦੀ ਹੈ, ਓਬਵੀਅਸਲੀ ਯੂਨੀਵਰਸਿਟੀ ਵਿੱਚ ਜਾਂਦੇ ਆ ਤੇ ਸਾਡਾ ਰਫਲੀ ਫਿਰ ਵੀ ਤੁਸੀਂ 4.5 ਲੱਖ ਤੋਂ ਲੈ ਕੇ 9-10 ਲੱਖ ਤੱਕ ਆਪਣਾ ਟਿਊਸ਼ਨ ਫੀਸ ਦਾ ਐਸਟੀਮੇਟ ਲੈ ਕੇ ਚਲੋ। ਹਰਜੋਤ ਮੈਮ, ਇੱਧਰ ਮੈਂ ਤੁਹਾਡੇ ਨਾਲ ਇੱਕ ਖਬਰ ਸ਼ੇਅਰ ਕਰਨਾ ਚਾਹੁੰਦਾ, ਜੋ ਕਿ ਹੁਣੇ ਆਪਾਂ ਸਾਡੇ ਡਾਇਰੈਕਟਰਸ ਨੇ ਤੇ ਸਾਡੇ ICCSE ਲਾਇਰ ਤੇ ਕੁਝ ਕਾਲਜਿਸ ਨੇ ਮਿਲ ਕੇ ਸਪੈਸ਼ਲ 15 ਦਿਨ ਦੇ ਵਾਸਤੇ ਆ ਸਕੀਮ ਕੱਢੀ ਹੈ, ਓਨਲੀ ਫॉर EIFS ਦੇ ਸਟੂਡੈਂਟਸ ਦੇ ਵਾਸਤੇ। ਜਿਵੇਂ ਤੁਸੀਂ ਹੁਣ ਗੱਲ ਕਹੀ ਹੈ ਕਿ ਪੇਰੈਂਟਸ ਹੱਕ ਹਲਾਲ ਦੀ ਕਮਾਈ ਹੈ, ਮਿਹਨਤ ਨਾਲ ਕਮਾਇਆ, ਔਰ ਅੱਜ ਦਾ ਸਮਾਂ ਜੋ ਹੈਗਾ ਪੈਸੇ ਦੇ ਮਾਮਲੇ ਬਹੁਤ ਕ੍ਰਿਟੀਕਲ ਹੈਗਾ। ਤੇ ਅੱਜ 15 ਜੂਨ ਤੋਂ ਲੈ ਕੇ 30 ਜੂਨ ਦੇ ਵਿੱਚ ਜੋ ਵੀ ਬੱਚਾ EIFS ਵੱਲੋਂ ਅਪਲਾਈ ਕਰੇਗਾ, ਸਾਡੇ ਕੋਲ 4 ਕਾਲਜਿਸ ਹੈਗੇ ਆ, ਨੀਅਰ ਅਬਾਊਟ 21 ਕੋਰਸਿਸ ਹੈਗੇ ਉਹਨਾਂ ਦੇ ਵਿੱਚ। ਉਹਦਾ ਤੁਹਾਡਾ ਐਕਸਪੈਂਸ ਬੈਠਦਾ ਹੈ, 2 ਟਾਈਪ ਦੇ ਐਕਸਪੈਂਸ ਹੈਗੇ, ਜਿਹਦੇ ਵਿੱਚ 1 ਸਾਲ ਦੀ ਕਾਲਜ ਦੀ ਫੀਸ, ਅੰਬੈਸੀ ਫੀਸ, ਐਪਲੀਕੇਸ਼ਨ ਚਾਰਜ ਵਗੈਰਾ ਮਿਲਾ ਕੇ 5,85,000 ਬਣਦੇ ਆ। ਜੇ 1% ਜੇਕਰ ਤੁਹਾਡਾ ਵੀਜ਼ਾ ਨਹੀਂ ਆਉਂਦਾ, 1% ਜੇਕਰ ਵੀਜ਼ਾ ਨਹੀਂ ਆਉਂਦਾ, ਵੈਸੇ ਇੱਦਾਂ ਦਾ ਚਾਂਸ ਕਦੇ ਹੋਏਗਾ ਨਹੀਂ, ਤਾਂ ਐਜ਼ ਐਨ ਕੰਪਨਸੇਸ਼ਨ ਅਮਾਊਂਟ EIFS ਵੱਲੋਂ 5,85,000 ਜੋ ਉਹਨੇ ਪੇ ਕੀਤਾ ਹੈ, ਸਾਰਾ ਉਹਦਾ ਐਕਸਪੈਂਸ ਆਇਆ ਹੈ, ਉਹ ਤਾਂ ਰਿਫੰਡ ਹੋਏਗਾ। ਤੇ 1,15,000 ਰੁਪਇਆ EIFS ਦੀ ਟੀਮ ਉਹਨੂੰ ਐਡੀਸ਼ਨਲੀ ਐਜ਼ ਅ ਕੰਪਨਸੇਸ਼ਨ ਅਮਾਊਂਟ ਰਿਫੰਡ ਕਰੇਗੀ। ਐਂਡ ਸੈਕਿੰਡ ਥਿੰਗ, ਜੋ ਸਾਡਾ ਦੂਜਾ ਕੋਰਸ ਹੈਗਾ ਹੈ, ਉਹਦੇ ਵਿੱਚ ਨੀਅਰ ਅਬਾਊਟ ਖਰਚਾ ਓਵਰਆਲ ਸਾਡਾ ਬੈਠਦਾ 7 ਲੱਖ। ਮੈਂ ਬੱਚੇ ਨੂੰ ਦੁਬਾਰਾ ਤੋਂ ਕਹਿ ਦੇਣਾ, ਇਹਦੇ ਵਿੱਚ ਅੰਬੈਸੀ ਫੀ, ਐਪਲੀਕੇਸ਼ਨ ਚਾਰਜਿਸ, ਲਾਇਰ ਚਾਰਜਿਸ ਐਂਡ 1 ਸਾਲ ਦੀ ਕਾਲਜ ਦੀ ਫੀਸ ਵਿੱਚ ਹੀ ਹੈਗੀ ਹੈ। ਠੀਕ ਹੈ, ਤਾਂ ਜੇ ਬੱਚਾ ਬਾਏ ਚਾਂਸ ਉਹਦੇ ਵਿੱਚ ਬੱਚੇ ਦਾ ਰਿਫਿਊਜ਼ਲ ਆਉਂਦਾ ਹੈ ਤੇ EIFS ਉਹਨੂੰ 3 ਲੱਖ ਰੁਪਇਆ ਐਕਸਟਰਾ ਕੰਪਨਸੇਸ਼ਨ ਅਮਾਊਂਟ ਰਿਫੰਡ ਕਰੇਗਾ। ਇਹ ਸਿਰਫ ਇਸ ਕਰਕੇ ਹੈਗਾ ਕਿ ਆਪਾਂ ਇਹਦੇ ਤੇ ਬਹੁਤ ਰਿਸਰਚ ਕੀਤੀ ਹੈ ਕਿ ਆਪਾਂ ਕਿੱਦਾਂ ਦੀ ਪ੍ਰੋਫਾਈਲ, ਕਿੱਦਾਂ ਦੇ ਕਾਲਜ ਤੇ ਕਿਹੜੇ ਕੋਰਸ ਦੇ ਵਿੱਚ ਪਾਉਣੀ ਹੈ, ਔਰ ਮੈਨੂੰ 100% ਟਰਸਟ ਹੈਗਾ ਆ ਕਿ ਸਾਨੂੰ ਰਿਫੰਡ ਦੀ ਜ਼ਰੂਰਤ ਨਹੀਂ ਪਏਗੀ। ਲੇਕਿਨ ਜੇ 1% ਫੇਰ ਵੀ ਆਉਣੀ ਹੈ ਤਾਂ ਜੋ ਮਾਂ ਪਿਓ ਨੇ ਮਿਹਨਤ ਨਾਲ ਪੈਸਾ ਜੋੜਿਆ ਹੋਇਆ, ਉਹ ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਹਮੇਸ਼ਾ ਰਿਫੰਡ ਕਰਨੇ ਆ। ਜੇਕਰ ਤੁਹਾਡਾ ਵੀਜ਼ਾ ਨਹੀਂ ਲੱਗਿਆ ਤਾਂ ਸਾਡਾ ਹੱਕ ਨਹੀਂ ਬਣਦਾ ਆਪਾਂ ਤੁਹਾਡੇ ਅੰਬੈਸੀ ਫੀਸ ਵੀ ਰੱਖੀਏ, ਬਿਕੋਜ਼ ਤੁਸੀਂ ਸਾਡੀ ਪੌੜੀਆਂ ਚੜ੍ਹੇ ਹੋ ਟਰਸਟ ਕਰਕੇ ਕਿ ਤੁਹਾਡਾ ਵੀਜ਼ਾ ਆਏਗਾ ਹੀ ਆਏਗਾ। ਇਹ ਐਡੀਸ਼ਨਲ ਹੈਗਾ ਸਿਰਫ 15 ਦਿਨ ਦੇ ਵਾਸਤੇ, ਕਿ ਜੇਕਰ ਬਾਏ ਚਾਂਸ ਤੁਹਾਡਾ ਵੀਜ਼ਾ ਨਹੀਂ ਆਉਂਦਾ, ਦੁਆ ਕਰਿਓ ਇੱਦਾਂ ਨਾ ਹੋਵੇ, ਕਿਉਂਕਿ ਵੀਜ਼ਾ ਹੀ ਬੱਚੇ ਦਾ ਮੇਨ ਮੋਟਿਵ ਹੈਗਾ, ਤਾਂ ਆਪਾਂ ਤੁਹਾਨੂੰ ਇੰਨਾ ਅਮਾਊਂਟ ਐਜ਼ ਅ ਕੰਪਨਸੇਸ਼ਨ ਅਮਾਊਂਟ ਰਿਫੰਡ ਕਰਾਂਗੇ ਟਾਈਮਲੀ ਮੈਨਰ
ਪਲਾਨਰ ਦੇ ਨਾਲ। ਜੀ ਜੀ ਬਿਲਕੁਲ, ਇਸ ਤੋਂ ਵੱਡੀ ਹੋਰ ਵਿਸ਼ਵਾਸ ਦੀ ਗੱਲ ਕੀ ਹੋ ਸਕਦੀ ਹੈ, ਕਿਉਂਕਿ ਅੱਜ ਦੇ ਟਾਈਮ ਵਿੱਚ ਇਸ ਤਰ੍ਹਾਂ ਦਾ ਪ੍ਰੋਮਿਸ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੇ ਕਦੀ ਕਿਸੇ ਸ਼ੋਅ ਵਿੱਚ ਨਹੀਂ ਸੁਣਿਆ ਕਿ ਇਸ ਤਰ੍ਹਾਂ ਦਾ ਕੋਈ ਪ੍ਰੋਮਿਸ ਕਰੇ। ਸੋ ਇਹ ਇੱਕ ਵਿਸ਼ਵਾਸ ਦੀ ਹੀ ਗੱਲ ਹੈ, ਉਹਨਾਂ ਨੂੰ ਵੀ ਪੂਰਾ ਕੌਨਫੀਡੈਂਸ ਹੈ ਕਿ ਜਿਹੜੇ ਬੱਚੇ ਆਣਗੇ ਅਸੀਂ ਉਹਨਾਂ ਦਾ ਵੀਜ਼ਾ ਜ਼ਰੂਰ ਲਗਵਾਵਾਂਗੇ। ਸੋ ਤੁਸੀਂ ਵੀ ਜ਼ਰੂਰ, ਕਿਉਂਕਿ ਇੱਥੇ ਕੋਈ ਹੁਣ ਡਾਊਟ ਵਾਲੀ ਗੱਲ ਨਹੀਂ ਰਹਿ ਜਾਂਦੀ ਹੈ। ਪੇਰੈਂਟਸ ਨੂੰ ਜਾਂ ਸਟੂਡੈਂਟਸ ਨੂੰ ਸਭ ਤੋਂ ਜ਼ਿਆਦਾ ਚਿੰਤਾ ਫਿਕਰ ਇਸੇ ਗੱਲ ਦੀ ਹੁੰਦੀ ਹੈ ਕਿ ਕਿਤੇ ਕੋਈ ਫਰਾਡ ਨਾ ਹੋਵੇ, ਸਾਡੇ ਪੈਸੇ ਜੋ ਹੈ ਉਹ ਨਾ ਜ਼ਬਤ ਕਰ ਲੈਣ, ਇਹ ਨਾ ਹੋਵੇ ਅਸੀਂ ਫਿਰ ਸਾਡੇ ਪੈਸੇ ਵਾਪਸ ਨਾ ਆਉਣ। ਤੇ ਇੱਥੇ ਬਿਲਕੁਲ ਸਿਕਿਉਰ ਚੀਜ਼ ਦੇਖੋ ਤੁਹਾਡੇ ਸਾਹਮਣੇ, ਇਹਨਾਂ ਨੇ ਆਫਰ ਤੁਹਾਨੂੰ ਸਾਹਮਣੇ ਤੋਂ ਦਿੱਤੀ ਹੈ ਕਿ ਤੁਸੀਂ ਲੈ ਕੇ ਆਓ। ਪਹਿਲੀ ਤਾਂ ਗਰੰਟੀ ਹੈ ਕਿ ਵੀਜ਼ਾ ਲੱਗੇਗਾ, ਅਗਰ 1% ਵੀਜ਼ਾ ਨਹੀਂ ਲੱਗ ਪਾਉਂਦਾ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਤੁਹਾਨੂੰ ਰਿਫੰਡ ਕੀਤਾ ਜਾਏਗਾ, ਅਲੱਗ ਤੋਂ ਜੋ ਕੰਪਨਸੇਸ਼ਨ ਅਮਾਉਂਟ ਵੀ ਦਿੱਤੀ ਜਾਏਗੀ। ਸੋ ਇਹਨਾਂ ਦਾ ਕੌਨਫੀਡੈਂਸ ਹੀ ਹੈ ਜਿਹੜਾ ਐਵੇਂ ਔਨ ਸਕਰੀਨ ਬੋਲ ਪਾ ਰਹੇ ਨੇ, ਅਦਰਵਾਈਜ਼ ਔਨ ਕੈਮਰਾ ਇਹੋ ਜਿਹੀ ਗੱਲਾਂ ਕੋਈ ਵੀ ਨਹੀਂ ਬੋਲਦਾ। ਸੋ ਬਿਲਕੁਲ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਆਪਣੇ ਡਾਕੂਮੈਂਟਸ ਲੈ ਕੇ ਇੱਥੇ ਜ਼ਰੂਰ ਪਹੁੰਚੋ ਤਾਂ ਕਿ ਇੱਥੋਂ ਸਮਝ ਸਕੋ ਕਿ ਕਿਸ ਪ੍ਰੋਸੈਸ ਦੇ ਨਾਲ ਇਹ ਤੁਹਾਡੀ ਫਾਈਲਿੰਗ ਕਰਨਗੇ, ਤਾਂ ਕਿ ਤੁਹਾਡਾ ਜੋ ਸ਼ੋਰਲੀ ਤੁਹਾਡਾ ਵੀਜ਼ਾ ਜ਼ਰੂਰ ਲੱਗੇਗਾ। ਤੇ ਇਸ ਦੇ ਵਿੱਚ ਵੀ ਆਈ ਥਿੰਕ ਇਹ ਜ਼ਰੂਰ ਹੁੰਦਾ ਹੋਣਾ ਕਿ ਜਿਸ ਤਰ੍ਹਾਂ ਦੇ ਡਾਕੂਮੈਂਟਸ ਨੇ ਤੁਸੀਂ ਸੁਜੈਸਟ ਕਰਦੇ ਹੋਣੇ ਕਿ ਬਈ ਇਸ ਫਾਈਲ ਦੇ ਅਕੋਰਡਿੰਗਲੀ ਕੀ ਸਹੀ ਹੈ ਤੇ ਉਸੇ ਰਸਤੇ ਵੱਲ ਤੁਰਿਆ ਜਾਏ। ਜੀ ਬਿਲਕੁਲ ਮੈਮ, ਦੇਖੋ ਜੋ ਮੈਂ ਆਫਰ ਹੁਣ ਮੈਂ ਤੁਹਾਨੂੰ ਦੱਸਿਆ ਕਿ ਜੋ ਸਾਡੀ ਟੀਮ ਬੱਚਿਆਂ ਦੇ ਵਾਸਤੇ ਲੈ ਕੇ ਆਈ ਹੈ, ਜਿਨ੍ਹਾਂ ਦੇ ਮਨ 'ਚ ਕੋਈ ਡਾਊਟ ਹੈਗਾ ਜਾਂ ਨੁਕਸਾਨ ਦਾ ਡਰ ਹੈਗਾ, ਜੀ ਇਹਦੇ ਵਿੱਚ ਬੱਚੇ ਦੀ ਪ੍ਰੋਫਾਈਲ ਤਾਂ ਬੱਚੇ ਦੀ ਹੋਏਗੀ। ਆਪਾਂ ਇਦਾਂ ਨਹੀਂ ਹੈਗਾ ਕਿ ਉਹਨੂੰ ਨਾ ਕਾਲਜ ਦੱਸਣਾ ਨਾ ਕੋਰਸ ਦੱਸਣਾ, ਨਹੀਂ, ਯੈਸ ਹਰ ਚੀਜ਼ ਤੁਹਾਨੂੰ ਦੱਸੀ ਜਾਏਗੀ। ਜੇਕਰ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈਗੀ, ਆਪਾਂ ਤੁਹਾਨੂੰ 2-3 ਕੋਰਸ ਵੀ ਦੱਸਾਂਗੇ ਕਿ ਤੁਹਾਨੂੰ ਆਹ ਕੋਰਸ ਹੈਗੇ ਆ, ਤੁਸੀਂ ਪੂਰਾ ਟ੍ਰਾਂਸਪੇਰੈਂਸੀ ਨਾਲ ਯੈਸ ਲੁਕੋ ਕੁਛ ਨਹੀਂ ਹੋਏਗਾ, ਲੁਕੋ ਕੁਛ ਨਹੀਂ ਹੋਏਗਾ, ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਪਰ ਹਾਂ, ਜਿੱਥੇ ਸਾਡੀ ਟੀਮ ਨੂੰ ਆਹ ਲੱਗਦਾ ਹੈ ਕਿ ਤੁਹਾਡੇ ਵਾਸਤੇ ਆਹ ਕੋਰਸ ਹੈਗਾ ਜਿਹਦੇ ਵਿੱਚ ਤੁਹਾਡਾ ਵੀਜ਼ਾ ਨਿਕਲ ਸਕਦਾ ਹੈ, ਉੱਥੇ ਜੇ ਤੁਸੀਂ ਸਾਡੇ ਨਾਲ ਜ਼ਿੱਦ ਅੜਾਓਗੇ ਨਹੀਂ ਮੈਂ ਇਸ ਕੋਰਸ 'ਚ ਨਹੀਂ ਜਾਣਾ, ਮੇਰਾ ਫਰੈਂਡ ਬੈਠਿਆ ਉੱਧਰ, ਮੇਰਾ ਯਾਰ ਰਿਸ਼ਤੇਦਾਰ ਆਹ ਸਲਾਹ ਦੇ ਰਿਹਾ, ਉੱਥੇ ਫਿਰ ਸਾਡੇ ਵੀ ਹੱਥ ਖੜੇ ਹੋਣਗੇ। ਆਪਣਾ ਮੇਨ ਮਕਸਦ ਹੈਗਾ ਰਾਜੇ ਵੀਜ਼ਾ ਲੈਣਾ, ਵੀਜ਼ਾ ਦਿਵਾਉਣਾ ਸਾਡਾ ਕੰਮ ਹੈ। ਕੋਰਸ ਕਾਲਜ ਲੋਕੇਸ਼ਨ ਦੀ ਪ੍ਰੈਫਰੈਂਸ ਸਾਡੇ ਅਕੋਰਡਿੰਗਲੀ ਹੋਏਗੀ। ਜੋ ਤੁਹਾਡੀ ਡਾਕੂਮੈਂਟੇਸ਼ਨ ਹੋਣੀ ਹੈ, ਚੈੱਕਲਿਸਟ ਸਾਡੇ ਵੱਲੋਂ ਦਿੱਤੀ ਜਾਏਗੀ, ਉਹ ਤੁਸੀਂ ਉੱਦਾਂ ਕਰਨੀ ਹੈ। SOP ਤੁਹਾਡੇ ਨਾਲ ਪਹਿਲਾਂ ਹੀ ਸ਼ੇਅਰ ਕੀਤੀ ਜਾਏਗੀ, ਹਾਈ ਕਮਿਸ਼ਨ 'ਚ ਫਾਈਲ ਸਬਮਿਟ ਹੋਏਗੀ। ਉਸ ਤੋਂ ਪਹਿਲਾਂ ਨੋਟ ਓਨਲੀ SOP, ਸਾਰੇ ਡਾਕੂਮੈਂਟਸ ਤੋਂ ਆਪਾਂ ਤੁਹਾਡੀ ਫਾਈਲ ਰੈਡੀ ਕੀਤੀ ਹੈ, ਐਪਲੀਕੇਸ਼ਨ ਫਾਰਮ ਵਗੈਰਾ ਸ਼ੇਅਰ ਕੀਤੇ ਜਾਣਗੇ। SOP ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਆਹ ਚੇਂਜ ਕਰਨਾ ਹੈ, ਜੇ ਸਾਡੇ ਲਾਇਰਸ ਨੂੰ ਆਹ ਲੱਗਦਾ ਹੈ ਕਿ ਯੈਸ ਬੱਚਾ ਕਹਿ ਰਿਹਾ ਕਿ ਇਹ ਚੀਜ਼ ਆਪਾਂ ਐਡਜਸਟ ਕਰ ਸਕਦੇ ਦੈਨ ਇਟਸ ਗੁੱਡ। ਅਗਰ ਨਹੀਂ ਤਾਂ SOP ਵੀ ਸਾਡੇ ਵੱਲੋਂ ਜੋ ਪ੍ਰੀਪੇਅਰ ਕੀਤੀ ਜਾਏਗੀ ਆਪਾਂ ਉਹ ਲਗਾਉਣੀ ਹੈ। ਜੀ ਜੀ ਦੇਖੋ ਤੁਹਾਨੂੰ ਮੈਂ ਕੰਪਨਸੇਸ਼ਨ ਅਮਾਉਂਟ ਦੇ ਰਿਹਾ ਜੇ ਵੀਜ਼ਾ ਨਹੀਂ ਆਉਂਦਾ ਤੇ, ਠੀਕ ਹੈ, ਤੁਹਾਨੂੰ ਮੈਂ ਪ੍ਰੋਮਿਸ ਵੀ ਕਰ ਰਿਹਾ ਕਿ ਤੁਹਾਡਾ ਵੀਜ਼ਾ ਆਊਗਾ। ਕੋਰਸ ਵੀ ਇੱਦਾਂ ਦਾ ਦੇ ਰਿਹਾ ਜਿਹਦੇ 'ਚ 2 ਸਾਲ ਦੀ ਸਟੱਡੀ ਹੋਏਗੀ, 3 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਹੋਏਗਾ। ਇੱਦਾਂ ਦਾ ਨਹੀਂ ਹੈ ਕਿ ਮੈਂ ਵਿਦਆਊਟ ਪੋਸਟ ਸਟੱਡੀ ਵਰਕ ਪਰਮਿਟ ਵਾਲਾ ਤੁਹਾਨੂੰ ਕੋਈ ਕਾਲਜ ਦੇਣਾ। ਔਰ ਇਹ ਵੀ ਧਿਆਨ ਰੱਖਿਓ ਕਿ ਵੈਸੇ ਗੱਲ ਕਰਨੀ ਨਹੀਂ ਚਾਹੀਦੀ, ਕਾਲਜ ਕੋਈ ਇੱਦਾਂ ਦਾ ਨਹੀਂ ਹੋਏਗਾ ਜਿਹਨੂੰ ਆਪਾਂ 2 ਜਾਂ 3 ਕਮਰਿਆਂ ਵਾਲਾ ਕਾਲਜ ਕਹਿ ਰਹੇ ਹਾਂ, ਇੱਕ ਰੈਪੂਟਡ ਕਾਲਜ ਹੋਏਗਾ ਤੇ ਸਾਰੀ ਫੈਸਿਲਿਟੀ ਸਾਡੇ ਵੱਲੋਂ ਪ੍ਰੋਵਾਈਡ ਕਰਾਈ ਜਾਏਗੀ। ਤੇ ਤੁਹਾਨੂੰ ਵੀ ਸਾਡੇ ਤੇ ਟਰਸਟ ਰੱਖਣਾ ਪਏਗਾ। ਜੋ ਫਾਈਲਿੰਗ ਸਾਡੀ ਟੀਮ ਕਹਿੰਦੀ ਇੱਦਾਂ ਕਰਨੀ ਹੈ, ਤੁਹਾਨੂੰ ਉੱਦਾਂ ਹੀ ਕਰਨੀ ਪੈਣੀ ਹੈ। ਬਿਲਕੁਲ। ਸੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਇਸ ਸ਼ੋਅ ਵਿੱਚ ਅਸੀਂ ਕੈਨੇਡਾ ਬਾਰੇ ਜਿੰਨੀ ਵਧੀਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਪਾਏ ਹਾਂ, ਤੁਸੀਂ ਇਸ ਜਾਣਕਾਰੀ ਦਾ ਫਾਇਦਾ ਜ਼ਰੂਰ ਚੁੱਕੋ। ਪਰ ਫਿਰ ਵੀ ਇਨ ਕੇਸ ਅਗਰ ਕੋਈ ਸਵਾਲ ਹੈ ਤੁਹਾਡੇ ਮਨ ਵਿੱਚ, ਤੁਹਾਡੇ ਜ਼ਿਹਨ ਵਿੱਚ, ਤਾਂ ਸਕਰੀਨ ਤੇ ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਹੈ EIFS ਇਮੀਗ੍ਰੇਸ਼ਨ ਦਾ, ਤੁਸੀਂ ਇਸ ਉੱਪਰ ਕਾਲ ਕਰਕੇ ਹੁਣੇ ਅਗਰ ਕੋਈ ਸਵਾਲ ਹੈ ਤਾਂ ਹੁਣੇ ਹੀ ਤੁਸੀਂ ਕਾਲ ਕਰਕੇ ਉਸ ਦਾ ਸਵਾਲ ਦਾ ਜਵਾਬ ਜ਼ਰੂਰ ਲਓ, ਆਪਣੀ ਪ੍ਰੋਫਾਈਲ ਡਿਸਕਸ ਕਰ ਲਓ। ਕਈ ਵਾਰੀ ਕੋਈ ਗੈਪ ਹੁੰਦਾ, ਕੋਈ ਰਿਫਿਊਜ਼ਲ ਹੁੰਦਾ, ਤਾਂ ਉਸ ਹਰ ਇੱਕ ਚੀਜ਼ ਦਾ ਸੋਲੂਸ਼ਨ ਹੈ। ਤੁਸੀਂ ਇੱਕ ਕਾਲ ਕਰਨੀ ਹੈ, ਤੁਹਾਨੂੰ ਸੋਲੂਸ਼ਨ ਜ਼ਰੂਰ ਮਿਲ ਜਾਏਗਾ। ਤੇ ਕੈਨੇਡਾ ਬਾਰੇ ਤਾਂ ਅਸੀਂ ਕਾਫੀ ਚਰਚਾ ਕਰ ਲਈ ਹੈ। ਸੋ ਟਾਈਮ ਦੇ ਨਾਲ ਨਾਲ ਜੋ ਹੈ ਅਸੀਂ ਅੱਜ ਦੇ ਸ਼ੋਅ ਵਿੱਚ US ਬਾਰੇ ਵੀ ਗੱਲ ਜ਼ਰੂਰ ਕਰਨੀ ਹੈ, ਕਿਉਂਕਿ ਕਈ ਸਟੂਡੈਂਟਸ ਜੋ ਹੈ ਜਾਣਨਾ ਚਾਹੁੰਦੇ ਨੇ ਕਿ ਅਗਰ ਅਸੀਂ ਕੈਨੇਡਾ ਅਪਲਾਈ ਨਹੀਂ ਕਰਨਾ ਚਾਹੁੰਦੇ ਤਾਂ ਹੋਰ ਅਸੀਂ US ਲਈ ਅਗਰ ਅਪਲਾਈ ਕਰਨਾ ਚਾਹੀਏ ਤਾਂ ਕਿਸ ਤਰ੍ਹਾਂ ਦੀ ਆਪਸ਼ਨ ਸਾਨੂੰ US ਵਿੱਚ ਵੀ ਮਿਲ ਸਕਦੀਆਂ ਨੇ, ਉਸ ਦੇ ਬਾਰੇ ਵੀ ਜ਼ਰੂਰ ਮੈਂ ਚਾਹੂੰਗੀ ਤੁਸੀਂ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ। ਜੀ ਮੈਮ ਬਿਲਕੁਲ। ਜੋ ਬੱਚੇ ਕੈਨੇਡਾ ਨਹੀਂ ਜਾਣਾ ਚਾਹੁੰਦੇ ਜਾਂ ਜੋ ਆਇਲਸ ਕਰੈਕ ਨਹੀਂ ਕਰ ਰਹੇ, ਸਪੈਸ਼ਲੀ ਤੁਸੀਂ ਆਇਲਸ ਕਰੈਕ ਨਹੀਂ ਕਰ ਪਾ ਰਹੇ ਹੋ ਔਰ ਤੁਸੀਂ ਚਾਹੁੰਦੇ ਹੋ ਤੁਸੀਂ ਫਿਰ ਵੀ ਇੱਕ ਅੱਛੀ ਕੰਟਰੀ ਜਾਓ ਜਿੱਧਰ ਤੁਹਾਨੂੰ ਵਧੀਆ ਇਨਕਮ ਵੀ ਹੋ ਸਕੇ, ਐਜੂਕੇਸ਼ਨ ਲੈਵਲ ਵੀ ਵਧੀਆ ਹੋਵੇ, ਜੋ ਕਿ US ਹੈਗਾ, ਓਬਵੀਅਸਲੀ ਵਰਲਡ ਪਾਵਰ ਹੈਗੀ, ਦੁਨੀਆ 'ਚ ਸਭ ਤੋਂ ਨੰਬਰ 1 ਕੰਟਰੀ ਮੰਨੀ ਜਾਂਦੀ ਹੈ। ਔਰ ਤੁਸੀਂ ਇਹ ਵਿਦਆਊਟ ਆਇਲਸ ਜਾਣਾ ਚਾਹੁੰਦੇ ਹੋ ਜਾਂ ਆਇਲਸ 'ਚ ਬਹੁਤ ਘੱਟ ਸਕੋਰ ਰਹਿ ਗਿਆ, ਤੁਹਾਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ ਤੁਹਾਡਾ ਵੀਜ਼ਾ ਨਹੀਂ ਆਏਗਾ, ਯੈਸ ਯੂ ਕੈਨ ਅਪਲਾਈ ਫॉर US। ਇੱਧਰ ਮੈਂ ਇੱਕ ਗੱਲ ਫਿਰ ਨਾਲੋਂ ਦੁਬਾਰਾ ਤੋਂ ਆਪਣੀ ਐਡ ਕਰ ਦੇਣਾ ਕਿ ਸਾਡੇ ਵੀ ਦ ਡਾਇਰੈਕਟ ਆਈ-ਅਪਸ ਹੈਗੇ ਆ। ਔਰ ਜੇ ਬੱਚਾ ਆਪਣੇ ਥਿਓਰੈਟੀਕਲ ਪਾਰਟ ਦੇ ਵਿੱਚ ਵੀ ਥੋੜਾ ਘੱਟ ਰਹਿ ਗਿਆ ਕਿ ਕਮਜ਼ੋਰ ਹੈਗਾ, ਮਾਰਕਸ ਘੱਟ ਹੈਗਾ, ਤੇ ਉਹਨੂੰ ਆਪਾਂ ਵੋਕੇਸ਼ਨਲ ਕੋਰਸਿਸ ਦੇ ਵਿੱਚ ਵੀ ਭੇਜ ਸਕਦੇ ਹਾਂ। ਜਦੋਂ ਇੱਥੇ ਹੀ STEM ਸਕੀਮ ਆ ਜਾਂਦੀ ਹੈ ਤੁਹਾਡੀ, ਤੇ ਤੁਹਾਨੂੰ ਸੈਕੰਡ ਈਅਰ ਦੇ ਵਿੱਚ ਪੋਸਟ ਡਿਊਰਿੰਗ ਸਟੱਡੀ ਜੋ ਵਰਕਿੰਗ ਰਾਈਟਸ ਹੈਗੇ ਆਫ ਕੈਂਪਸ ਵੀ ਮਿਲ ਜਾਂਦੇ ਆ। ਖਰਚਾ ਤੁਹਾਡਾ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ, ਨੀਅਰ ਅਬਾਊਟ 6 ਲੱਖ ਤੁਹਾਡਾ ਇਨੀਸ਼ੀਅਲੀ ਖਰਚਾ ਹੁੰਦਾ ਹੈ ਸਾਰਾ। ਔਰ ਇਹਦੇ ਵਿੱਚ ਸਾਰਾ ਅਮਾਊਂਟ ਇਹ ਨਹੀਂ ਹੈ ਕਿ ਤੁਸੀਂ ਅਪਲਾਈ ਕਰਨ ਤੋਂ ਪਹਿਲਾਂ ਹੀ ਦੇਣਾ ਹੈ, ਨੋ। ਇਹਦੇ ਵਿੱਚ ਜੋ ਕਾਲਜ ਫੀਸ ਹੈਗੀ ਹੈ, ਜੋ ਇੱਕ ਸਮੈਸਟਰ ਦੀ ਫੀਸ ਹੈਗੀ ਆ, ਉਹ ਸਾਡੀ ਕੰਪਨੀ ਵੱਲੋਂ ਪੇ ਕੀਤੀ ਜਾਂਦੀ ਹੈ, ਜੋ ਤੁਸੀਂ ਵੀਜ਼ਾ ਆਉਣ ਤੋਂ ਬਾਅਦ ਦੇਣੀ ਹੈ।
ਕੁਝ ਗਵਰਨਮੈਂਟ ਚਾਰजेस ਹੈਗੇ ਆ, ਜਿਵੇਂ ਕੈਨੇਡਾ ਦੀ ਮੈਂ ਗੱਲ ਕੀਤੀ ਸੀਗੀ, ਯੂ ਹੈਵ ਟੂ ਪੇ ਇਨੀਸ਼ੀਅਲੀ ਦੈਟ ਬਿਕੋਜ਼ ਕੁਛ ਨਾ ਕੁਛ ਜੋ ਤੁਹਾਡੇ ਸਟੈਪ ਬਾਏ ਸਟੈਪ ਖਰਚੇ ਹੈਗੇ ਤੁਸੀਂ ਉਹ ਪੇ ਕਰਨੇ ਆ, ਜਿਵੇਂ I-20 ਦੇ ਚਾਰजेस ਹੋ ਗਏ, ਸਰਵਿਸ ਫੀਸ ਹੋ ਗਈ, ਐਪਲੀਕੇਸ਼ਨ ਚਾਰजेस ਹੋ ਗਏ। ਔਰ ਇਹਦੇ ਵਿੱਚ ਮੇਨ ਇੱਕ ਪਾਰਟ ਆ ਗਿਆ, ਸਾਰਿਆਂ ਨੂੰ ਪਤਾ ਹੈਗਾ ਕਿ ਜੋ US ਦਾ ਸਟੂਡੈਂਟ ਵੀਜ਼ਾ ਪ੍ਰੋਸੈਸ ਉਹ ਟੋਟਲੀ ਇੰਟਰਵਿਊ ਬੇਸਡ ਹੈਗਾ। ਬਿਲਕੁਲ। ਤੇ ਜਦੋਂ ਬੱਚਾ EFS ਰਾਹੀਂ ਅਪਲਾਈ ਕਰਦਾ ਤੇ ਸਾਡੇ ਵੱਲੋਂ ਤੁਹਾਨੂੰ ਇੱਕ ਸਪੈਸ਼ਲੀ ਇੰਟਰਵਿਊ ਪ੍ਰੈਪਰੇਸ਼ਨ ਵੀ ਕਰਵਾਈ ਜਾਂਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸ਼ੋਅ ਦਾ ਧੰਨਵਾਦ ਹਿੱਸਾ ਮੈਮ, ਬਣਨ ਜੀ। ਲਈ। ਜੀ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।